ਵੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵੈਰੀ ਗੁੱਡ ਮਾਰਨਿੰਗ ਜੀ। ਸੋਮਵਾਰ ਦੀ ਬਹੁਤ ਹੀ ਸੋਹਣੀ ਸਵੇਰ ਹੈ ਜੀ, ਅਗਸਤ 7 2023। ਜਿਵੇਂ ਮੈਂ ਕਿਹਾ ਸੋਮਵਾਰ ਯਾਨੀ ਕਿ ਮੰਡੇ ਔਰ ਸਾਡੇ ਵਰਕ ਵੀਕ ਦੀ ਜਿਹੜੀ ਹੈ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਸਾਡੀ। ਮੈਂ ਕਹਿ ਰਿਹਾ ਪਰ ਕੈਨੇਡਾ ਦੀ ਵਰਕ ਵੀਕ ਦੀ ਸ਼ੁਰੂਆਤ ਜਿਹੜੀ ਹੈ ਅੱਜ ਲੌਂਗ ਵੀਕਐਂਡ ਦੇ ਕਰਕੇ ਛੁੱਟੀ ਵੀ ਹੈਗੀ ਹੈ ਜੀ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਘਰੋਂ ਹੀ ਅੱਜ ਆਪਣਾ ਪ੍ਰੋਗਰਾਮ ਦੇਖ ਰਹੇ ਹੋਣੇ ਆ। ਔਰ ਪਰ ਅਸੀਂ ਪਹੁੰਚ ਗਏ ਹਾਂ ਜੀ, ਸਵੇਰੇ ਸਵੇਰੇ 8 ਵੱਜ ਚੁੱਕੇ ਨੇ। ਔਰ ਮੇਰੇ ਨਾਲ ਹਮੇਸ਼ਾ ਤੋਂ ਹੀ ਜਿਹੜੇ ਸਾਡੇ ਸਾਥੀ ਹੋਸਟ ਔਰ ਸੀਨੀਅਰ ਪੱਤਰਕਾਰ ਮੌਜੂਦ ਨੇ ਜੀ, ਸੁਰੀਤਮ ਸਿੰਘ ਰਾਏ ਸਾਹਿਬ। ਉਹਨਾਂ ਦਾ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਭਾਜੀ, ਬਹੁਤ ਬਹੁਤ ਵੈਲਕਮ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਵੀ ਜੀ। ਸਵੇਰੇ ਸੋਮਵਾਰ ਜੀ 8 ਵੱਜ ਚੁੱਕੇ ਆ, ਲੌਂਗ ਵੀਕਐਂਡ ਵਾਲੇ ਦਿਨ। ਤੇ ਅੱਜ ਨਾ ਤੁਸੀਂ ਉਹ ਕਾਫੀ ਨਹੀਂ ਲੈ ਕੇ ਆਏ, ਪਰ ਚਾਹ ਬੜੀ ਗਰਮ ਗਰਮ ਲਿਆਏ ਸੀ। ਹਾਂ, ਮੈਂ ਕਿਹਾ ਚਾਹ ਲੈ ਕੇ ਆਓ, ਘਰ ਦੀ ਬਣੀ ਚਾਹ। ਬਿਲਕੁਲ ਹੈ, ਉਹਦਾ ਕੋਈ ਵੈਸੇ ਜਵਾਬ ਨਹੀਂ। ਹਾਂ, ਪਰ ਮੈਂ ਕਾਫੀ ਜ਼ਿਆਦਾ ਪੀਂਦਾ। ਠੀਕ ਹੈ ਜੀ, ਸੋ ਕੱਲ ਤੋਂ ਘਰ ਦੀ ਚਾਹ ਨਹੀਂ ਲੈ ਕੇ ਆਵਾਂਗੇ, ਕਾਫੀ ਲੈ ਕੇ ਆਵਾਂਗੇ। ਹਾਂ, ਜਿਹੜੀ ਘਰ ਦੀ ਚਾਹ ਹੈ ਨਾ ਉਹਦੇ ਵਰਗੀ ਰੀਸ ਤਾਂ ਹੈ ਨਹੀਂ ਗੀ ਕੋਈ ਜੀ। ਪਰ ਉਹ ਜਦੋਂ ਜਿਵੇਂ ਗੰਦੀਆਂ ਆਦਤਾਂ ਪਈਆਂ ਹੋਣ ਨਾ ਫਿਰ ਉਹ ਬਿਲਕੁਲ ਜੀ ਬਿਲਕੁਲ। ਕਾਫੀ ਦੀ ਤਾਂ ਆਦਤ ਬਹੁਤ ਬੁਰੀ ਆਦਤ ਮੈਨੂੰ ਆਪ ਨੂੰ ਹੁਣ ਲੱਗੀ ਹੋਈ ਹੈ, ਬਟ ਉਹ ਸਲੋਲੀ ਉਹਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਜਰਦੋ ਜਹਿਦ ਦੇ ਵਿੱਚ ਮੈਂ ਸੋਚਿਆ ਕਿ ਚਾਹ ਜ਼ਰੂਰ, ਹਾਂ, ਚਾਹ ਦੇ ਨਾਲ ਬਿਸਕੁਟ। ਸੋ ਉਹ ਕਿਉਂਕਿ ਅੱਜ ਤੁਹਾਨੂੰ ਦੱਸਿਆ ਛੁੱਟੀ ਹੈ ਜ਼ਿਆਦਾਤਰ ਹਰ ਪਾਸੇ ਜੀ। ਸੋ ਅੱਜ ਲੋਕ ਜਿਹੜੇ ਨੇ ਰਿਲੈਕਸਿੰਗ ਮੂਡ ਦੇ ਵਿੱਚ ਹੋਣਗੇ, ਪਰ ਸਾਡੀ ਕਮਿਊਨਿਟੀ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਲੌਂਗ ਵੀਕਐਂਡ ਤੇ ਵੀ ਕੰਮ ਕਰ ਰਹੇ ਹੁੰਦੇ ਨੇ। ਸੋ ਵਰਕ ਵੀਕ ਜਿਹੜਾ ਹੈ ਉਸ ਦੀ ਸ਼ੁਰੂਆਤ ਆਫੀਸ਼ੀਅਲੀ ਵੈਸੇ ਤਾਂ ਕੱਲ ਤੋਂ ਹੈ, ਬਟ ਅੱਜ ਹੋ ਚੁੱਕੀ ਹੈ। ਵੈਸੇ ਜਿਹੜੇ ਮੇਰੇ ਵਰਗੇ ਬਹੁਤ ਹੈਗੇ ਆ ਜਿਹੜੇ 24 ਘੰਟੇ ਹਾਂਜੀ 8 ਦਿਨ ਹੀ ਕੰਮ ਕਰਦੇ। ਮੈਂ ਵੀ ਤੁਹਾਡੀ ਕੈਟੇਗਰੀ ਚ ਆ ਗਿਆ ਭਾਜੀ। ਪਰ ਹਾਂਜੀ ਨਾਲ ਦੀ ਨਾਲ 4-5 ਡੇ ਛੁੱਟੀਆਂ ਵੀ ਕਰ ਲਈਆਂ। ਛੁੱਟੀ ਵੀ ਹੈ, ਪਰ ਨਾਲ ਕੰਮ ਵੀ ਕਰੀ ਜਾਂਦੇ। ਹੁਣ ਉਹ ਕਈ ਵਾਰੀ ਨਾ ਕਦੇ ਜਾਈਦਾ ਕਿਸੇ ਦੇ ਫੰਕਸ਼ਨ ਤੇ, ਜਾਂ ਕਿਸੇ ਨੇ ਕਿਤੇ ਸੱਦ ਲਿਆ ਚਾਹ ਚੂ ਪੀਣ ਨੂੰ ਜੀ, ਤੇ ਉਹ ਕਹਿੰਦੇ ਜੀ ਕੀ ਹੋ ਰਿਹਾ? ਮੈਂ ਕਿਹਾ ਕੰਮ ਹੋ ਰਿਹਾ। ਸਹੀ ਗੱਲ ਹੈ, ਕੱਲ ਤਾਂ ਕੰਮ ਤੇ ਹੀ ਹੈ। ਸਹੀ ਗੱਲ ਹੈ। ਸਾਡਾ ਤਾਂ ਕੰਮ ਵੀ ਇਹੋ ਜਿਹਾ, ਭਾਵੇਂ ਤੁਸੀਂ ਕਿਸੇ ਕਨਸਰਟ ਤੇ ਚੱਲ ਜਾਓ, ਹਾਂ ਉਹ ਵੀ ਕੰਮ ਹੈ, ਜਾਂ ਮੇਲੇ ਤੇ ਚੱਲ ਜਾਓ, ਉਹ ਵੀ ਸਾਡਾ ਕੰਮ ਹੀ ਚੱਲ ਰਿਹਾ। ਹੁਣ ਤੁਹਾਨੂੰ ਕਵਰੇਜ ਹੀ ਕਰੀ ਚਾਹੀਦੀ ਅਸੀਂ। ਕੱਲ ਨੂੰ ਵੀ ਇੱਕ ਬੜਾ ਵਧੀਆ ਮੇਲਾ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਹੋ ਕੇ ਹਟਿਆ ਜੀ, ਬੜਾ ਸਕਸੈਸਫੁਲ ਰਿਹਾ। ਲੋਕਾਂ ਨੇ ਬੜਾ ਕਹਿ ਲਓ ਸ਼ੌਂਕ ਦੇ ਨਾਲ ਉੱਥੇ ਫੈਮਲੀਜ਼ ਦੇ ਨਾਲ ਵੀ ਪਹੁੰਚੇ, ਔਰ ਉੱਥੇ ਵਧੀਆ ਮਾਹੌਲ ਬਣਿਆ ਰਿਹਾ ਜਿਹੜਾ ਬਹੁਤ ਵਧੀਆ ਹੋ ਕੇ ਹਟਿਆ ਜੀ। ਸੋ ਉਸ ਤੋਂ ਬਾਅਦ ਅੱਜ ਅਸੀਂ ਹਾਜ਼ਰ ਹੋ ਗਏ ਹਾਂ। ਔਰ ਭਾਜੀ ਅੱਜ ਜਿਹੜੀ ਖਬਰਾਂ ਦੀ ਸ਼ੁਰੂਆਤ ਕਰਨੀ ਉਸ ਤੋਂ ਪਹਿਲਾਂ ਮੈਨੂੰ ਯਾਦ ਆ ਗਿਆ, ਦੇਖੋ ਨਾਲ ਹੀ ਖਬਰ ਪਤਾ ਲੱਗਾ ਸੀ ਕਿ ਡਾਇਰੀ ਜਿਹੜੀ ਹੈ ਉਹ ਮੇਰੇ ਵੱਲ ਦੇਖ ਰਹੀ ਸੀ, ਏਦਾਂ ਨਾ ਮੂੰਹ ਆ ਅੱਡ ਕੇ। ਸੋ ਉਸ ਦੇ ਵਿੱਚ ਭਾਈ ਥਾਟ ਆਫ ਦਾ ਡੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਜੀ। ਦੇਖੋ ਸ਼ਵੀ ਜੀ, ਆਪਾਂ ਹਰ ਵਾਰੀ ਹਰ ਰੋਜ਼ ਕਰਦੇ ਆ ਕੋਈ ਨਾ ਕੋਈ ਇਹੋ ਜਿਹਾ ਥਾਟ ਕਰਦੇ ਆ ਵੀ ਜਿਹੜਾ ਨਾ ਸਾਡੇ ਜੀ ਸਾਡੀ ਜਿਹੜੀ ਜ਼ਿੰਦਗੀ ਆ ਉਹਦੇ 'ਚ ਵੀ ਕੁਛ ਅਸਰ ਕਰੇ, ਤੇ ਜਿਹੜੇ ਸਾਡੇ ਭੈਣ ਭਰਾ ਸੁਣਨ ਵਾਲੇ ਆ ਉਹਨਾਂ ਦੇ ਵੀ ਕੁਛ ਕਰੇ। ਹੁਣ ਜਿਹੜਾ ਅੱਜ ਦਾ ਉਹ ਇਹ ਆ, ਉਹ ਜਿਹੜੀ ਲਾਲ ਡਾਇਰੀ ਆ ਨਾ ਉਹ ਕਹਿੰਦੀ ਆ ਜੀ, ਮੈਂ ਨਹੀਂ ਕਹਿੰਦਾ। ਹਾਂਜੀ ਹਾਂਜੀ ਲਾਲ ਡਾਇਰੀ ਕਹਿੰਦੀ ਆ ਉਹ ਤਰਦੇ ਤਰਦੇ ਡੁੱਬ ਜਾਂਦੇ, ਉਹ ਤਰਦੇ ਤਰਦੇ ਡੁੱਬ ਜਾਂਦੇ ਜਿਨ੍ਹਾਂ ਨੂੰ ਖੁਦ ਤੇ ਬਹੁਤ ਮਾਣ ਹੋਵੇ। ਉਹ ਵੀ ਜਿਹੜੇ ਜਿਵੇਂ ਘਮੰਡ, ਜਿਨ੍ਹਾਂ ਨੂੰ ਜ਼ਿਆਦਾ ਘਮੰਡ ਹੁੰਦਾ ਉਹ ਤਰਦੇ ਤਰਦੇ ਡੁੱਬ ਜਾਂਦੇ। ਤੇ ਦੂਜੇ ਪਾਸੇ ਉਹ ਕਹਿੰਦਾ ਉਹ ਡੁੱਬਦੇ ਡੁੱਬਦੇ ਤਰ ਜਾਂਦੇ ਜਿਨ੍ਹਾਂ ਤੇ ਵਾਹਿਗੁਰੂ ਮਿਹਰਬਾਨ ਹੋਵੇ। ਉਹ ਵਾਹ ਜੀ ਵਾਹ। ਸੋ ਜਿਹੜਾ ਬੰਦਾ ਡੁੱਬਦਾ ਉਹਦੇ ਤੇ ਜੇ ਵਾਹਿਗੁਰੂ ਦੀ ਮਿਹਰ ਹੋ ਗਈ ਤਾਂ ਉਹ ਡੁੱਬਦਾ ਵੀ ਤਰ ਜਾਂਦਾ। ਤੇ ਕਈ ਤਰਦੇ ਵੀ ਡੁੱਬ ਜਾਂਦੇ, ਕਿਉਂਕਿ ਬਿਲਕੁਲ ਜੀ ਘਮੰਡ ਕਰਕੇ ਤਾਂ ਮੈਨੂੰ ਲੱਗਦਾ ਹੈ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਡੁੱਬ ਜਾਂਦੇ ਨੇ ਜੀ। ਔਰ ਇੱਕ ਟਾਈਮ ਤੋਂ ਬਾਅਦ ਇੱਕ ਜਿਹੜੀ ਐਰੋਗੈਂਸ ਹੈ ਔਰ ਇੱਕ ਜਿਹੜਾ ਤੁਹਾਡਾ ਐਟੀਟਿਊਡ ਹੈ ਉਹ ਬਿਲਕੁਲ ਇੱਕ ਹੰਕਾਰ ਦੇ ਵੱਲ, ਇਹ ਜਿਹੜਾ ਨਾ ਇਹ ਡੁੱਬਣ ਤੇ ਤਰਨ ਦੀ ਗੱਲ ਨੀ ਗੀ ਜੀ। ਇਹਦਾ ਡੁੱਬਣ ਤੇ ਤਰਨ ਦਾ ਤਾਂ ਇੱਕ
ਐਗਜ਼ਾਮਪਲ ਦਿੱਤੀ ਹੈ। ਦਿੱਤਾ ਜੀ, ਬਿਲਕੁਲ 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 ਮੇਨ ਚੀਜ਼ ਤਾਂ ਉਹ ਹੈ ਵੀ ਤੁਸੀਂ ਘਮੰਡ ਨਾ ਕਰੋ। ਬਿਲਕੁਲ ਜੀ, ਬਿਲਕੁਲ ਘਮੰਡ ਲੈ ਕੇ ਡੁੱਬਦਾ ਜੀ ਲੋਕਾਂ ਨੂੰ, ਔਰ ਮੈਨੂੰ ਲੱਗਦਾ ਬਿਲਕੁਲ ਕਰਨਾ ਨਹੀਂ ਚਾਹੀਦਾ। ਔਰ ਭਾਵੇਂ ਤੁਸੀਂ ਕੋਈ ਰਿਲੀਜੀਅਸ ਬੁੱਕਸ ਵੀ ਪੜ੍ਹ ਲਓ ਜਾਂ ਕੋਈ ਸਟੋਰੀਆਂ ਵੀ ਪੜ੍ਹ ਲਓ ਜਾਂ ਕਿਤੇ ਕੋਈ ਕਿੱਸੇ ਕਹਾਣੀਆਂ ਵੀ ਸੁਣ ਲਓ, ਹੰਕਾਰ ਦੇ ਨਾਲ ਤਾਂ ਬਹੁਤ ਨੁਕਸਾਨ ਹੋਇਆ ਜੀ ਬੰਦੇ ਦਾ, ਗਿਆਨੀ ਤੋਂ ਗਿਆਨੀ ਬੰਦੇ ਦਾ ਨੁਕਸਾਨ ਹੋ ਜਾਂਦਾ। ਸੋ ਅਸੀਂ ਇੱਕ ਚੀਜ਼ ਹਮੇਸ਼ਾ ਭੁੱਲ ਜਾਂਦੇ ਹਾਂ, ਜਿੰਨੇ ਮਰਜ਼ੀ ਕਾਮਯਾਬ ਅਸੀਂ ਹੋ ਜਾਈਏ, ਜਿੰਨੇ ਮਰਜ਼ੀ ਵੱਡੇ ਅਸੀਂ ਹੋ ਜਾਈਏ, ਜੋ ਮਰਜ਼ੀ ਅਸੀਂ ਕਰ ਲਈਏ ਜ਼ਿੰਦਗੀ ਦੇ ਵਿੱਚ, ਜੇ ਹੰਕਾਰ ਆ ਗਿਆ ਸਾਰਾ ਕੁਝ 1 ਮਿੰਟ ਤੋਂ ਪਹਿਲਾਂ ਖਤਮ ਵੀ ਹੋ ਸਕਦਾ, ਚੇਂਜ ਵੀ ਹੋ ਸਕਦਾ। ਸੋ ਬਿਲਕੁਲ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ ਭਾਈ। ਸੋ ਪਹਿਲੀ ਵਾਰ ਖਬਰ ਵੱਲ ਚੱਲਦੇ ਹਾਂ, ਜਿੱਥੇ BC ਪੋਰਟ ਵਰਕਰਸ ਦੀ ਜਿਹੜੀ ਖਬਰ ਆ ਰਹੀ ਹੈ, ਔਰ ਆ ਜਿਹੜੀ ਸਟ੍ਰਾਈਕ ਹੈ, ਹਾਂਜੀ, ਇਸ ਨੂੰ ਜੁਲਾਈ 1 ਤੋਂ ਹੀ ਚੱਲਦੀ ਪਈ ਸੀ ਜੀ। ਔਰ ਹੁਣ ਤੁਸੀਂ ਦੇਖ ਲਓ, ਆਪਾਂ ਅੱਜ ਜਿਹੜੀ 7 ਤਰੀਕ ਹੋ ਗਈ ਅਗਸਤ ਦੀ, ਔਰ ਰੋਜ਼ ਹੀ ਅਸੀਂ ਜਦੋਂ ਵੀ ਪ੍ਰੋਗਰਾਮ ਕਰਦੇ ਹਾਂ ਕੋਈ ਨਾ ਕੋਈ ਛੋਟੀ ਤੋਂ ਛੋਟੀ ਅਪਡੇਟ ਜਾਂ ਵੱਡੀ ਤੋਂ ਵੱਡੀ ਜੋ ਵੀ ਅਪਡੇਟ ਹੁੰਦੀ, ਕਦੀ ਕੁਛ ਹੁੰਦਾ ਹੈ, ਕਦੀ ਲੇਬਰ ਮਿਨਿਸਟਰ ਵਿੱਚ ਆ ਗਏ, ਕਦੀ ਕੁਛ ਹੋ ਗਿਆ, ਬਿਆਨਬਾਜ਼ੀ ਹੋ ਗਈ, ਕਦੀ ਉਹ ਮੰਨਦੇ ਨੇ ਕਦੀ ਨਹੀਂ ਮੰਨਦੇ। ਹੁਣ ਜਿਹੜਾ ਹੈ ਉਹ ਇਸ ਦੇ ਵਿੱਚ ਫਾਈਨਲ ਅਪਡੇਟ ਕਵਾਂ ਜਾਂ ਅਪਡੇਟ ਕਵਾਂ, ਕੀ ਆਈ ਹੈ? ਨਹੀਂ, ਹੁਣ ਤਾਂ ਦੇਖੋ ਫਾਈਨਲ ਹੀ ਹੋ ਗਿਆ। 75% ਜਿਹੜੇ ਯੂਨੀਅਨ ਦੇ ਮੈਂਬਰ ਆ, ਉਹਨਾਂ ਨੇ 75% ਨੇ ਵੋਟ ਹਾਂ 'ਚ ਪਾਤੀ ਹੈ ਜੀ। ਸੋ ਉਹ ਜਿਹੜਾ ਫਾਈਨਲ ਕੰਪਨੀ ਨੇ ਆਫਰ ਦਿੱਤੀ ਸੀਗੀ, ਉਹਦੇ 'ਚ ਕੁਝ ਵੇਜ ਇਨਕਰੀਜ਼ ਆ, ਕੁਝ ਹੋਰ ਜਿਹੜੀਆਂ ਜਿਹੜੇ EMPLOYEES ਹੈਗੇ ਆ ਜਾਂ ਯੂਨੀਅਨ ਦੇ ਮੈਂਬਰ ਆ, ਉਹਨਾਂ ਵਾਸਤੇ ਕੁਝ ਬੈਨੀਫਿਟ ਸੀਗੇ। ਸੋ ਉਹਦੇ ਜਦੋਂ 75% ਵੋਟਿੰਗ ਪੈ ਗਈ ਉਹਦੀ ਫੇਵਰ 'ਚ, ਤਾਂ ਇਹਦਾ ਮਤਲਬ ਉਹ ਅਸੈਪਟ ਹੋ ਗਈ ਤਾਂ ਫਾਈਨਲ ਹੋ ਗਿਆ ਕੰਮ ਜੀ। ਹੁਣ ਜਿਹੜੀ ਸਟ੍ਰਾਈਕ ਵਾਲਾ ਟਾਈਮ ਤਾਂ ਲੰਘ ਗਿਆ ਜੀ। ਹੁਣ ਜਿਹੜੇ ਹੈਗੇ ਆ ਥੋੜੇ ਬਹੁਤੇ ਉਹਦਾ ਐਗਰੀਮੈਂਟ ਹੋਊਗਾ, ਉਹਦਾ ਜਿਹੜਾ ਵਰਡਿੰਗ ਥੋੜੀ ਬਹੁਤੀ ਇੰਪਰੂਵਮੈਂਟ ਹੋਊਗੀ, ਉਹ ਯੂਨੀਅਨ ਦੀ ਜਿਹੜੇ ਹੈਗੀ ਆ ਕਮੇਟੀ ਤੇ ਨਾਲ ਜਿਹੜੇ EMPLOYER ਆ ਉਹ ਆਪਦਾ ਬਹਿ ਕੇ ਕਰਦੇ ਰਹਿਣਗੇ। ਪਰ ਜਿਹੜਾ ਮੇਨ ਚੀਜ਼ ਹੈਗੀ ਆ ਉਹ ਇਹ ਆ ਵੀ ਜਿਹੜਾ ਪੋਰਟ ਹੁਣ ਖੁੱਲ ਗਈ ਆ ਦੁਬਾਰਾ, ਹੁਣ ਕੋਈ ਉਹਦਾ ਡਰ ਨਹੀਂਗਾ ਵੀ ਦੁਬਾਰਾ ਫਿਰ ਬੰਦ ਹੋਊਗੀ ਜਾਂ ਡਿਲੇ ਹੋਊਗਾ ਜੀ। ਬਿਲਕੁਲ ਜੀ, ਇਹਦੇ ਵਿੱਚ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਇਫੈਕਟ ਹੋਏ ਨੇ ਪਹਿਲਾਂ ਵੀ, ਇਸ ਇੱਕ ਦਿਨ ਦੇ ਵਿੱਚ ਹੀ ਮਿਲੀਅਨਸ ਆਫ ਡਾਲਰਸ ਦਾ ਜਿਹੜਾ ਹਮੇਸ਼ਾ ਬਿਜ਼ਨਸ ਜਿਹੜਾ ਹੁੰਦਾ ਹੈ ਜਾਂ ਜਿਹੜੀ ਗੁੱਡਸ ਭੇਜੇ ਜਾਂਦੇ ਨੇ, ਇਸ ਨਾਲ ਟਰਾਂਸਪੋਰਟ ਇੰਡਸਟਰੀ ਵੀ ਜਿਹੜੀ ਜੁੜੀ ਹੋਈ ਹੈ, ਟਰੱਕਿੰਗ ਇੰਡਸਟਰੀ ਵੀ ਜਿਹੜੀ ਜੁੜੀ ਹੋਈ ਹੈ। ਔਰ ਹੁਣ ਜਿਹੜਾ ਅਪਰੂਵਲ ਹੋਇਆ ਹੈ ਕੰਟਰੈਕਟ ਦਾ, ਜਿਸ ਦੇ ਵਿੱਚ ਕਰੀਬ 7400 ਜਿਹੜੇ ਵਰਕਰਸ ਨੇ ਉਹਨਾਂ ਨੇ ਹਾਂ ਕਹਿ ਕੇ ਇਸ ਚੀਜ਼ ਨੂੰ ਮੰਨ ਲਿਆ ਜੀ। ਔਰ ਇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਵੇਜਸ, ਬੈਨੀਫਿਟਸ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਿਹਤਰ ਕਰ ਦਿੱਤੀਆਂ ਗਈਆਂ ਨੇ। ਤੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੀ ਸਟ੍ਰਾਈਕ ਹੋਈ ਹੈ ਪਿਛਲੇ ਦਿਨੀ, ਜਿੰਨੇ ਵੀ ਦਿਨ ਹੋਏ ਨੇ, ਇਸ ਦੇ ਵਿੱਚ ਕਰੀਬ 10 ਬਿਲੀਅਨ ਡਾਲਰਸ ਦਾ ਜਿਹੜਾ ਹੈ ਉਹ ਟ੍ਰੇਡ ਜਿਹੜਾ ਹੈ ਡਿਸਟਰਬ ਵੀ ਹੋਇਆ ਸੀ। ਬਿਲਕੁਲ ਜੀ, ਦੇਖੋ ਆਪਾਂ ਸ਼ੁਰੂ ਤੋਂ ਹੀ ਇਹ ਗੱਲ ਕਰਦੇ ਰਹੇ ਹਾਂ, ਅਲਬਰਟਾ ਹੈ ਨਾ ਜਿਹੜਾ ਜੀ, BC ਦੇ ਬਿਲਕੁਲ ਨਾਲ ਹੋਣ ਕਰਕੇ ਅਲਬਰਟਾ ਨੂੰ ਵੀ ਬਹੁਤ ਘਾਟਾ ਪਿਆ। ਪ੍ਰੀਮੀਅਰ ਜੀ ਨੇ ਵੀ ਬਹੁਤ ਵਾਰ ਇਹਨਾਂ ਨੇ ਵੀ ਬਿਲਕੁਲ, ਜਿਹੜੀ ਅਲਬਰਟਾ ਗਵਰਨਮੈਂਟ ਸੀਗੀ ਇਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਸਟ੍ਰਾਈਕ ਮੁਕਾ ਦਿੱਤੀ ਜਾਵੇ। ਬਿਲਕੁਲ, ਤੇ ਜਿਹੜਾ BC ਹੈ, BC ਦੇ ਵਿੱਚ ਤਾਂ ਪੈਣਾ ਹੀ ਹੈ ਫਰਕ ਜੀ, ਰਾਈਟ ਜੀ। ਸੋ ਹੁਣ ਜੇ ਅਸੀਂ ਓਵਰਆਲ ਦੇਖਦੇ ਹਾਂ ਤਾਂ ਸਾਰਾ ਕੁਝ ਸੈਟਲ ਹੋ ਗਿਆ 1-2 ਦਿਨਾਂ 'ਚ, ਜਿਵੇਂ ਕਹਿੰਦੇ ਆ ਵੀ ਬੈਕ ਟੂ ਨਾਰਮਲ ਹੋ ਜਾਊਗਾ ਜੀ। ਬਿਲਕੁਲ, ਮੰਗਲਵਾਰ ਤੋਂ ਬਾਅਦ ਮੈਨੂੰ ਲੱਗਦਾ, ਕੱਲ ਤੋਂ ਬਾਅਦ ਔਰ ਹੋ ਸਕਦਾ ਬੁੱਧਵਾਰ ਤੱਕ ਸਾਰਾ ਸਮੂਥਲੀ ਹੋਣਾ ਸ਼ੁਰੂ ਹੋ ਜਾਏਗਾ, ਕਿ ਇੱਕ ਦਿਨ ਜਿਹੜਾ ਹੈ ਬੜਾ ਕੀਮਤੀ ਹੁੰਦਾ ਹੈ। ਔਰ ਜਿਵੇਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਪੋਰਟਸ ਤੋਂ ਮੋਸਟਲੀ ਜਿਹੜੀਆਂ ਚੀਜ਼ਾਂ ਨੇ ਕੈਨੇਡਾ ਦੇ ਵਿੱਚ ਐਂਟਰ ਹੁੰਦੀਆਂ, ਸਪੈਸ਼ਲੀ BC ਪੋਰਟਸ ਤੋਂ। ਵੈਸਟਰਨ ਕੈਨੇਡਾ ਹੋ ਗਿਆ, ਹੋਰ ਪਾਸੇ ਨੂੰ ਵੀ ਜਿਹੜੀਆਂ ਚੀਜ਼ਾਂ ਨੇ ਹੁਣ ਲੱਗਦਾ ਸਮੂਥਲੀ ਕੰਮ ਹੋਣਾ ਸ਼ੁਰੂ ਹੋ ਜਾਏਗਾ। ਔਰ ਵਰਕਰਸ ਵੀ ਖੁਸ਼ ਹੋ ਜਾਣਗੇ ਕਿਉਂਕਿ ਉਹਨਾਂ ਦੀ ਵੀ ਕਈ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ ਨੇ। ਔਰ ਇੱਥੋਂ ਵੀ ਇਸ ਪਾਸਿਓਂ ਵੀ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਹੁਣ ਰਾਹਤ ਜਿਹੜੀ ਹੈ ਉਹਦਾ ਸਾਹ ਲੈ ਸਕਦੇ ਨੇ, ਕਿਉਂਕਿ ਬਹੁਤ ਨੁਕਸਾਨ ਹੋਣ ਤੋਂ ਬਚਾਅ ਜਿਹੜਾ ਹੈ ਉਹ ਹੋ ਗਿਆ ਜੀ। ਬਿਲਕੁਲ ਭਾਜੀ, ਅਗਲੀ ਖਬਰ ਵੱਲ ਚੱਲਦੇ ਹਾਂ ਜੋ BC ਤੋਂ ਹੀ ਆ ਰਹੀ ਹੈ, ਜਿੱਥੇ ਜੈਟ ਸਕੀ ਦਾ ਇੱਕ ਕ੍ਰੈਸ਼ ਇੱਕ ਲੇਕ ਦੇ ਵਿੱਚ ਦੱਸਿਆ ਜਾ ਰਿਹਾ, ਜਿੱਥੇ 3 ਯੂਥ ਇੰਜਰਡ ਯਾਨੀ ਕਿ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਔਰ ਇੱਕ ਬੰਦੇ ਦੀ, ਇੱਕ ਬੱਚੇ ਦੀ ਮੈਂ ਕਹਾਂਗਾ ਮੌਤ ਦੀ ਖਬਰ ਆ ਰਹੀ ਹੈ, ਜੋ ਕਿ ਐਲਬਰਟਾ, ਤੁਸੀਂ ਐਲਬਰਟਾ ਵਾਸੀ ਸੀਗੇ, ਉਹ ਇਸ ਕ੍ਰੈਸ਼ ਦੇ ਵਿੱਚ ਇਹ ਵਾਪਰਿਆ ਹੈ ਜੀ। ਇਹ ਦੇਖੋ 14 ਸਾਲ ਦਾ ਬੱਚਾ ਸੀ ਜੀ,
ਕਈ ਵਾਰੀ ਨਾ ਸ਼ਬੀ ਜੀ ਸੋਚੀਦਾ ਜਦੋਂ ਅਸੀਂ ਪਾਣੀ 'ਚ ਜਾਂਦੇ ਆ ਜਾਂ ਕੋਈ ਇਹੋ ਜੀ ਜਿਹੜੇ ਸਪੋਰਟਸ ਹੈਗੀਆਂ ਜਿਹੜੀਆਂ ਡੇਂਜਰਸ ਹੋ ਸਕਦੀਆਂ ਜੀ, ਉੱਥੇ ਨਾ ਅਸੀਂ ਜਦ ਧਿਆਨ ਨਹੀਂ ਦਿੰਦੇ। ਅਕਸਰ ਕੀ ਹੁੰਦਾ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ ਨਾ, ਉਹ ਐਕਸੀਡੈਂਟ ਆ ਜਿਹੜਾ ਉਹ ਕਿਸੇ ਨਾ ਕਿਸੇ ਦੀ ਗਲਤੀ ਨਾਲ ਹੁੰਦਾ ਜੀ। ਹੁਣ ਪਾਣੀ ਦੇ ਵਿੱਚ ਤੁਸੀਂ ਹੈਗੇ ਆ, ਤੁਸੀਂ ਦੇਖੋ ਬੋਟ ਦੇ ਪਿੱਛੇ ਜੀ ਉਹਨੂੰ ਬੰਨਿਆ ਹੋਇਆ, ਇਸ ਜਿਹੜੀ ਉਹ ਸਪੋਰਟ ਹੀ ਇਸ ਤਰ੍ਹਾਂ ਦੀ ਆ ਉਹ। ਹਾਂਜੀ ਹਾਂਜੀ। ਪਰ ਉਹ ਉੱਥੇ ਤੁਸੀਂ ਥੋੜਾ ਦੇਖੋ, ਧਿਆਨ ਨਾਲ ਜੇ ਕਰੋ ਤਾਂ ਉਹ ਠੀਕ ਹੈ, ਜੀ। ਉਹ ਸਪੋਰਟਸ ਡੇਂਜਰਸ ਹੈ, ਪਰ ਉਹਨੂੰ ਜੇ ਆਪਾਂ ਧਿਆਨ ਨਾਲ ਕਰੀਏ ਜਾਂ ਹੌਲੀ ਕਰੀਏ ਤਾਂ ਉਹ ਉੱਥੇ ਸੱਟ ਵੱਜਣ ਤੋਂ ਬਚ ਸਕਦੇ। ਬਿਲਕੁਲ। ਪਰ ਉਹ ਕਈ ਵਾਰੀ ਨਾ ਜਦੋਂ ਪਾਣੀ 'ਚ ਜੇ ਅਸੀਂ ਬੋਟ ਤੇ ਜਾਂਦੇ ਆ ਜਾਂ ਕਿਤੇ ਹੋਰ ਤੇ ਕੋਲ ਦੀ ਨਾ ਉਹ ਜਿਵੇਂ 200 ਕਿਲੋਮੀਟਰ ਦੀ ਸਪੀਡ ਤੇ ਲੰਘਣਗੇ ਜੀ। ਸੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਤਾਂ ਉੱਥੇ ਕੁਛ ਨਾ ਕੁਛ ਤਾਂ ਹੋਣਾ ਹੈ। ਹੋਣਾ ਜੀ। ਤੇ ਇਹ ਗੱਲ ਹੈਗੀ ਆ ਸਕਾਹਾ ਲੇਕ ਦੀ, ਜੀ। ਪਿੰਟਿੰਗਟਨ, ਜੀ। ਕੋਈ ਅਪਰੋਕਸੀਮੇਟ 8 ਵਜੇ ਦਾ ਟਾਈਮ ਸੀ ਰਾਤ ਨੂੰ ਜੀ। ਹਾਂਜੀ, 8 PM ਦੇ ਕਰੀਬ ਉੱਥੇ ਜਦੋਂ ਮਾਊਂਟੀਜ਼ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ 2 ਜੈਟ ਸਕੀ ਵਾਟਰਕ੍ਰਾਫਟ ਨੇ ਉਹ ਆਪਸ 'ਚ ਟਕਰਾ ਗਏ। ਇਸੇ ਕਰਕੇ ਹੋਇਆ ਨਾ, ਸਪੀਡ ਦੇ ਕਰਕੇ ਵੀ, ਤੇ ਉੱਪਰੋਂ ਜਦੋਂ ਕਹਿੰਦੇ ਨੇ ਕਿ ਹਨਾ ਤੇ 4 ਜਿਹੜੇ ਯੂਥ ਸੀਗੇ ਆਫ ਕੋਰਸ ਜਿਹੜੇ 2 ਬੈਠੇ ਹੋਣੇ ਆ ਜੀ, ਤੇ ਉਹਨਾਂ ਦੇ ਵਿੱਚੋਂ ਫਿਰ 3 ਜਿਹੜੇ ਨੇ ਉਹ ਲਾਈਫ ਥ੍ਰੈਟਨਿੰਗ ਕੰਡੀਸ਼ਨਸ ਦੇ ਵਿੱਚ ਹਸਪਤਾਲ ਲੈ ਕੇ ਜਾਏ ਗਏ ਔਰ ਇੱਕ ਦੀ ਫਿਰ ਜਾਨ। ਦੇਖੋ ਉਹ ਇੰਨੀ ਸਪੀਡ ਹੋਊਗੀ ਨਾ, ਆਪਾਂ ਤਾਂ ਚਲੋ ਕੋਲੇ ਤਾਂ ਹੈ ਨਹੀਂ ਸੀਗੇ ਤੇ ਪਰ ਜੋ ਮੈਨੂੰ ਲੱਗਦਾ ਜਦੋਂ ਇਹੋ ਜਿਹਾ ਐਕਸੀਡੈਂਟ ਹੁੰਦਾ ਵੀ ਬਹੁਤ ਤੇਜ਼ ਹੋਊ ਜੀ, ਰਾਈਟ। ਹੁਣ ਆਪਾਂ ਤਾਂ ਜਿਹੜੀ ਸਲਾਹ ਦੇ ਸਕਦੇ ਆ ਆਪਣੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਕਹਿ ਸਕਦੇ ਆ ਵੀ ਭਾਈ ਗਾਂ ਵਾਸਤੇ ਧਿਆਨ ਰੱਖੋ ਜਦੋਂ ਤੁਸੀਂ ਇਹੋ ਜਿਹੇ ਪਾਣੀ ਦੇ ਵਿੱਚ ਜਾਂਦੇ ਆ। ਕਈ ਵਾਰੀ ਬੋਟ ਹੁੰਦੀ ਆ, ਬੋਟ ਦੇ ਵਿੱਚ ਬਹਿਣਾ ਅਲਾਉਡ 3 ਜਾਂ 4 ਦਾ ਹੁੰਦਾ, ਉੱਤੇ 8-9 ਬੈਠੇ ਹੁੰਦੇ ਬੰਦੇ, ਉਹਦੇ ਚ ਪੂਰਾ ਮਿਊਜ਼ਿਕ ਲੱਗਿਆ ਹੁੰਦਾ ਐਂਡ ਪੂਰਾ ਪਾਰਟੀ ਚੱਲ ਰਹੀ, ਖਾਣਾ ਪੀਣਾ ਵੀ ਚੱਲ ਰਿਹਾ ਹੁੰਦਾ ਔਰ ਕਈ ਹਾਦਸੇ ਜਿਹੜੇ ਨੇ ਪਿੱਛੇ ਰਿਪੋਰਟ ਹੋਏ ਨੇ। ਔਰ ਇਸ ਦੇ ਵਿੱਚ ਜਿਹੜੀ ਲੜਕੀ ਸੀ 14 ਸਾਲਾ ਐਲਬਰਟਾ ਤੋਂ, ਉਹਨਾਂ ਦੀ ਮੌਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਹੈ। ਔਰ ਇਸ ਇਨਸੀਡੈਂਟ ਨੂੰ ਲੈ ਕੇ ਵੀ ਹੁਣ ਕਈ ਜਿਹੜੀਆਂ ਸਟੇਟਮੈਂਟਸ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ RCMP ਵੱਲੋਂ, RCMP ਵਿਕਟਿਮ ਸਰਵਿਸਿਜ਼ ਵੱਲੋਂ, ਔਰ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਫ ਕੋਰਸ ਉਹਨਾਂ ਦੇ ਫੈਮਿਲੀ ਦੇ ਨਾਲ ਤਾਂ ਹੈ ਹੀ ਨੇ, ਪਰ ਇਹ ਜਿਹੜੀ ਚੀਜ਼ ਇਸ ਦੇ ਵਿੱਚ, ਇਸ ਕੇਸ ਦੇ ਵਿੱਚ ਕੋਈ ਕ੍ਰਿਮੀਨੈਲਿਟੀ ਜਾਂ ਅਲਕੋਹਲ ਜਿਹੜੀ ਹੈ ਬਿਲਕੁਲ ਵੀ ਇਸ ਦੇ ਵਿੱਚ ਨਹੀਂ ਸੀ। ਬਿਲਕੁਲ ਐਗਰੀ ਹੈ, ਠੀਕ ਹੈ। ਪਰ ਹੋ ਸਕਦਾ ਹੈ ਕਿ ਉਹ ਕਿਸ ਹਿਸਾਬ ਨਾਲ ਸਪੀਡ ਹੋਵੇ ਜਾਂ ਕੀ ਚੀਜ਼ ਹੋਵੇ, ਜਾਂ ਕਈ ਵਾਰ ਤੁਸੀਂ ਪ੍ਰੋਪਰ ਗੀਅਰਸ ਨਹੀਂ ਪਾਏ ਹੁੰਦੇ ਜਾਂ ਕਈ ਚੀਜ਼ਾਂ ਨਹੀਂ। ਦੇਖੋ ਜਿਹੜੀ ਸਪੀਡ ਹੈ ਨਾ, ਉਹ ਕੋਈ ਜ਼ਰੂਰੀ ਨਹੀਂ ਵੀ ਸ਼ਰਾਬ ਪੀ ਕੇ ਸਪੀਡ ਕਰੀਏ। ਜਦੋਂ ਤੁਸੀਂ ਪਾਣੀ 'ਚ ਜਾਂਦੇ ਨਾ, ਆਮ ਜਿਹੜੇ ਸਪੈਸ਼ਲੀ ਬੱਚੇ ਆ, ਜਦੋਂ ਜੇ ਉਹਨਾਂ ਦੇ ਨਾਲ ਕੋਈ ਐਡਲਟ ਨਹੀਂਗਾ ਤਾਂ ਉਹ ਫਿਰ ਉਹਨਾਂ ਦੀ ਸੋਚ ਹੋਰ ਆ ਜੀ, ਡਿਫਰੈਂਟ ਆ। ਹੁਣ ਆਪਾਂ ਕਈ ਵਾਰੀ ਡਰਾਈਵ ਕਰਦੇ ਆ, ਡਰਾਈਵ ਕਰਦੇ ਨਾ, ਤੁਹਾਡੇ ਕੋਲ ਦੀ ਕੋਈ ਲੰਘ ਕੇ ਜਾਂਦਾ ਤੇ ਬਹੁਤ ਹਾਈ ਸਪੀਡ ਤੇ ਹੁੰਦਾ, ਬਿਲਕੁਲ ਉੱਥੇ ਵੀ ਜਦੋਂ ਕੋਈ ਐਕਸੀਡੈਂਟ ਹੁੰਦਾ, ਹੁਣ ਬਹੁਤ ਐਕਸੀਡੈਂਟ ਜੇ ਆਪਾਂ ਸਪੋਜ਼ ਕਰੋ ਹੈਡ ਔਨ ਕੋਲੀਜਨ ਹੁੰਦੇ ਆ ਜੀ, ਉਹ ਵੀ ਕੁਛ ਨਾ ਕੁਛ ਗਲਤੀ ਤਾਂ ਹੁੰਦੀ ਹੈ ਨਾ। ਬਿਲਕੁਲ ਬਿਲਕੁਲ। ਔਰ ਕਈ ਵਾਰ ਜਿਹੜੇ ਬੱਚੇ ਨੇ ਉਹ ਨਹੀਂ ਜ਼ਿਆਦਾ ਸੁਣਦੇ ਆਪਣੇ ਪੇਰੈਂਟਸ ਦੀ ਵੀ, ਔਰ ਬਿਲਕੁਲ ਸਪੀਡ ਦੇ ਨਾਲ ਜਾਂ ਕਿਤੇ ਵੀ ਉਹ ਚਲੇ ਜਾਂਦੇ ਨੇ। ਔਰ ਕਈ ਵਾਰ ਪਾਣੀ ਦਾ ਕੁਛ ਨਹੀਂ ਪਤਾ ਹੁੰਦਾ ਜੀ, ਕਹਿੰਦੇ ਨੇ ਪਾਣੀ ਨਾਲ ਪੰਗਾ ਨਹੀਂ ਜ਼ਿਆਦਾ ਲੈਣਾ ਚਾਹੀਦਾ। ਇਸ ਖਬਰ ਦੇ ਨਾਲ ਕਈ ਹੋਰ ਖਬਰਾਂ ਵੀ ਪਿੱਛੇ ਅਸੀਂ ਸਾਨੂੰ ਸੁਣਨ ਨੂੰ ਮਿਲੀਆਂ, ਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਨੇ ਭਾਜੀ ਇੱਥੇ, ਉਹ ਲੇਕਸ ਵਗੈਰਾ ਤੇ ਜਾ ਕੇ ਸਵਿਮਿੰਗ ਕਰਨ ਦੀ, ਸਵਿਮਿੰਗ ਆਉਂਦੀ ਨਹੀਂ ਹੁੰਦੀ ਬੈਕ ਹੋਮ ਤੋਂ, ਉੱਥੇ ਜਾਂਦੇ ਨੇ ਔਰ ਰੁੜ ਜਾਂਦੇ ਨੇ। ਕਈ ਵਾਰ ਸੈਲਫੀਆਂ ਖਿੱਚਦੇ ਹੋਏ ਇੱਥੇ ਕਿੰਨੇ ਹੀ ਕੇਸਿਸ ਹੋਏ ਨੇ, ਇੱਕ ਨਹੀਂ, ਹਫ਼ਤੇ 2 ਹਫ਼ਤਿਆਂ ਦੀ ਹੋਈ ਗੱਲ ਆ ਸ਼ਬੀ ਜੀ। ਨਾਇਗਰਾ ਫਾਲ ਇਸੇ ਤਰ੍ਹਾਂ ਹੀ ਕੋਈ ਸਟੂਡੈਂਟ ਹੀ ਸੀ, ਉਹ ਗਏ ਤੇ ਉਹਦਾ ਪੈਰ ਸਲਿਪ ਹੋ ਗਿਆ। ਹਾਂਜੀ ਹਾਂਜੀ, ਪੈਰ ਸਲਿਪ ਹੋ ਕੇ ਪਾਣੀ 'ਚ ਡਿੱਗ ਪਿਆ ਤੇ ਆਊਟ ਆਫ ਕੰਟਰੋਲ ਦਾ। ਹਾਂ, ਜ਼ਿਆਦਾਤਰ ਜੇ ਗੱਲ ਕਰੀਏ ਤਾਂ ਸਵਿਮਿੰਗ ਕਈ ਵਾਰ ਨਹੀਂ ਵੀ ਆਉਂਦੀ ਹੁੰਦੀ, ਔਰ ਤੁਸੀਂ ਕਈ ਵਾਰ ਉਹ ਲਾਈਫ ਜੈਕਟ ਵੀ ਨਹੀਂ ਪਾਉਂਦੇ ਔਰ ਉੱਥੇ ਜਾ ਕੇ ਤੁਸੀਂ ਕਹਿੰਦੇ ਮੈਂ ਸਵਿਮ ਕਰਨਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਵੋਇਡ ਕਰਨੀ ਚਾਹੀਦੀਆਂ ਨੇ, ਕਿਉਂਕਿ ਤੁਹਾਨੂੰ ਆਪ ਨੂੰ ਨਹੀਂ ਪਤਾ, ਤੁਹਾਨੂੰ ਇਸ ਦੇਸ਼ ਦੇ ਕਈ ਲੇਕਸ ਦੀ ਜਿਹੜੀ ਡੀਪਨੈਸ ਹੈ, ਕੋਈ ਵੀ ਜਿਹੜੀ ਚੀਜ਼ ਨਹੀਂ ਪਤਾ ਹੁੰਦਾ ਕਈ ਵਾਰ। ਬਿਲਕੁਲ ਪਹਿਲਾਂ ਲੱਗਦਾ ਕਿ ਕੁਝ ਵੀ ਨਹੀਂ ਹੈਗਾ ਜੀ, ਇਹ ਤਾਂ ਆਰਾਮ ਦਾ ਬੰਦਾ ਖੜਾ, ਪਰ ਅਗਲਾ ਬੰਦਾ ਹੰਡਿਆ ਹੁੰਦਾ ਜੀ, ਉਸੇ ਰੀਜਨ ਦਾ ਹੁੰਦਾ। ਸੋ ਉਹਨੂੰ ਦੇਖ ਕੇ ਅਸੀਂ ਆਪ ਸਵਿਮਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਸੈਲਫੀ ਲੈਂਦੇ ਹਾਂ ਜਾਂ ਫੋਟੋਆਂ ਖਿਚਾਉਂਦੇ ਹਾਂ, ਉਹਦੇ ਵਿੱਚ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਨੇ। ਔਰ ਇਹ
ਬਹੁਤ ਮੰਦਭਾਗੀ ਖਬਰ ਹੈ Yeah. ਜਿਸ ਦੇ ਵਿੱਚ ਇੱਕ ਯੰਗ ਲੜਕੀ ਦੀ ਮੌਤ ਜਿਹੜੀ ਹੈ ਇਸ ਐਕਸੀਡੈਂਟ ਦੇ ਵਿੱਚ ਹੋ ਗਈ ਹੈ। ਸਾਡੀ ਜਿਹੜੀ ਦੁਆਵਾਂ ਨੇ ਉਹਨਾਂ ਦੀ ਫੈਮਿਲੀਜ਼ ਔਰ ਫਰੈਂਡਸ ਦੇ ਨਾਲ ਨੇ ਜੀ। ਭਾਈ ਬਿਲਕੁਲ। ਅਗਲੀ ਨੈਕਸਟ ਜਿਹੜੀ ਖਬਰ ਆ ਉਹ ਜੌਬਸ ਕਹਿ ਲਓ ਜਾਂ ਜੌਬ ਲਾਸ ਤੋਂ ਲੈ ਕੇ ਉਸ ਤੋਂ ਅਗਲੀ ਖਬਰ ਵੀ ਉਹਦੇ ਨਾਲ ਹੀ ਰਿਲੇਟਡ ਹੈ। ਮੈਂ ਪਹਿਲਾਂ ਹੀ ਦੱਸ ਦਵਾਂ ਜਿਹੜੀ ਦੋ ਖਬਰਾਂ ਨੇ ਇਹ ਇਸ ਦੇ ਰਿਗਾਰਡਿੰਗ ਨੇ, ਜਿੱਥੇ ਜ਼ਿਆਦਾਤਰ ਭਾਜੀ ਅਸੀਂ ਦੇਖਦੇ ਹਾਂ ਕਿ ਜੌਬਸ ਜਿੱਥੇ ਵੀ ਜਾਓ ਕਹਿੰਦੇ ਨੇ ਸਾਨੂੰ ਬੰਦਾ ਨਹੀਂ ਮਿਲਦਾ। ਹਾਂਜੀ, ਕੋਈ ਬੰਦਾ ਹੈ ਤਾਂ ਸਾਨੂੰ ਲੱਭ ਕੇ ਦਿਓ ਜਾਂ ਦੱਸੋ ਜਾਂ ਕਿਵੇਂ ਹੈ। ਟੈਲਸ ਵਰਗੀ ਜਿਹੜੀ ਕੰਪਨੀ ਹੈ ਭਾਜੀ, ਹਿਊਜ ਜਾਇੰਟ ਜਿਹੜੀ ਮੰਨੀ ਜਾਂਦੀ ਹੈ ਕੈਨੇਡਾ ਦੇ ਵਿੱਚ, ਉਹਦੇ ਵਿੱਚ ਹੁਣ ਉਹਨਾਂ ਨੇ ਫੈਸਲਾ ਲਿਆ ਹੈ ਕਿ 61% ਜਿਹੜੀ ਜੌਬਸ ਨੇ ਉਹਨਾਂ ਨੂੰ ਘਟਾ ਕੇ, ਯਾਨੀ ਕਿ 6000 ਜੌਬਸ ਉਹ ਕੱਟ ਕਰ ਰਹੇ ਨੇ ਜੀ ਆਪਣੀ ਕੰਪਨੀ ਦੇ ਵਿੱਚ। ਦੇਖੋ ਸ਼ਵੀ ਜੀ, ਇਹ ਜਿਹੜੀਆਂ ਵੱਡੀਆਂ ਕੰਪਨੀਆਂ ਨਾ, ਹਾਂਜੀ, ਇਹਨਾਂ ਦਾ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਕਦੋਂ ਇਹਨਾਂ ਨੂੰ ਕੰਮਾਂ ਦੀ ਲੋੜ ਹੈ ਤੇ ਕਦੋਂ ਨਹੀਂ ਲੋੜ ਜੀ। ਹੁਣ ਦੇਖੋ ਲੇ ਆਫ ਕਰਨਗੇ ਜੀ ਤੇ ਉਦੋਂ ਮਹੀਨੇ ਬਾਅਦ ਫਿਰ ਇਹਨਾਂ ਨੇ ਹਾਇਰਿੰਗ ਕਰਨ ਲੱਗ ਜਾਣਾ ਜੀ। ਹੁਣ ਜੇ ਆਪਾਂ ਗੱਲ ਕਰੀਏ ਰੋਜਰਸ ਤੇ ਸ਼ਾਹ ਦੀ, ਜੀ ਸ਼ਾਹ ਜਿਹੜੀ ਕੰਪਨੀ ਸੀਗੀ ਕੇਬਲ, ਉਹ ਰੋਜਰਸ ਨੇ ਖਰੀਦ ਲਈ, ਟੇਕ ਓਵਰ ਕਰ ਲਈ ਜੀ। ਹਾਂਜੀ, ਹੁਣ ਉਹ ਜਿਹੜੀਆਂ ਜੌਬਾਂ ਉੱਥੇ ਵੀ ਲੇ ਆਫ ਹੋਊਗੀ ਜੀ, ਬਿਕਾਜ਼ ਜਦੋਂ ਮਰਜ ਹੋ ਗਈ ਕੰਪਨੀ, ਹਮ। ਉਹ ਮਰਜ ਹੋ ਕੇ ਉਹ ਡਬਲ ਜੌਬਾਂ ਹੋ ਗਈਆਂ, ਜੀ ਉੱਥੇ ਘਟ ਜਾਣੀਆਂ। ਪਰ ਜੇ ਅਸੀਂ ਦੂਜੇ ਪਾਸੇ ਦੇਖਦੇ ਹਾਂ ਤਾਂ ਦੂਜੇ ਪਾਸੇ ਅਸੀਂ ਜਦੋਂ ਕੋਈ ਵੀ EMPLOYER ਲੈ ਲਓ, ਆਪਾਂ ਪਿਛਲੇ ਹਫਤੇ ਵੀ ਗੱਲ ਕਰੀ ਸੀ ਵੀ ਲੋਕਾਂ ਨੂੰ ਜਿਹੜੇ ਬਿਜ਼ਨਸ ਓਨਰ ਆ ਉਹਨਾਂ ਨੂੰ ਕੰਮ ਹੀ ਨਹੀਂ ਮਿਲਦਾ। ਸੋ ਜਿਹੜੀ ਅਗਲੀ ਖਬਰ ਤੁਸੀਂ ਗੱਲ ਕਰਦੇ ਆ ਵੀ ਅਨਐਮਪਲੋਇਮੈਂਟ ਦੀ, ਹੁਣ ਉਹਦੇ ਚ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤਾਂ ਅਨਐਮਪਲੋਇਮੈਂਟ ਜੀ 5.5 ਆ ਜੀ, ਜੁਲਾਈ ਦੇ ਵਿੱਚ ਜਿਹੜਾ ਰਿਕਾਰਡ ਹੋਇਆ। ਹਾਂਜੀ, ਤੇ ਦੂਜੇ ਪਾਸੇ ਜਿੱਥੇ ਵੀ ਅਸੀਂ ਕਿਸੇ ਬਿਜ਼ਨਸ 'ਚ ਜਾਂਦੇ ਆ ਉੱਥੇ ਹੈਲਪ ਵਾਂਟਡ ਦੇ ਸਾਈਨ ਲੱਗੇ ਆ ਜੀ, ਉਹ ਕਹਿੰਦੇ ਬੰਦਾ ਮਿਲਦਾ ਹੀ ਨਹੀਂ, ਬੰਦਾ ਨਹੀਂ ਮਿਲਦਾ। ਹਾਂਜੀ, ਤੀਜੇ ਪਾਸੇ ਅਸੀਂ ਜਿਹੜੀ ਆਹ ਟੈਲਸ ਦੀ ਜੀ ਖਬਰ ਗੱਲ ਕਰਦੇ ਆ ਵੀ ਲੇ ਆਫ ਹੋ ਗਈ। ਇੱਕ ਹੋਰ ਪਿੱਛੇ ਇੱਕ ਨਜ਼ਾਰਾ ਜਿਹੜਾ ਹੈ ਇਹ ਸਾਰਿਆਂ ਨੇ ਦੇਖਿਆ ਹੋਣਾ ਜੀ, ਰਿਪੋਰਟਸ ਦੇ ਵਿੱਚ, ਜਿੱਥੇ ਟੋਰਾਂਟੋ ਦੇ ਵਿੱਚੋਂ ਇੱਕ ਖਬਰ ਆਈ ਸੀ, ਓਨਟਾਰੀਓ ਦੇ, ਮੈਨੂੰ ਲੱਗਦਾ ਟੋਰਾਂਟੋ ਜਾਂ ਬਰੈਂਪਟਨ ਹੋਣਾ, ਜਿੱਥੇ ਲਾਈਨਾਂ ਲੱਗੀਆਂ ਹੋਈਆਂ ਸੀ ਜੀ ਸਟੂਡੈਂਟਸ ਦੀਆਂ, ਹਾਂ, ਜੌਬਸ ਲਈ, ਔਰ ਬਹੁਤ ਲੰਬੀ ਲਾਈਨ ਸੀ ਜੀ। ਮਤਲਬ ਵਟ ਐਵਰ ਯੂ ਕੈਨ ਥਿੰਕ ਆਫ, ਜਿਹਨੂੰ ਕਹਿੰਦੇ ਨੇ, ਇਮੇਜਿਨ ਤੁਸੀਂ ਕਰ ਸਕਦੇ ਹੋ, ਇੰਨੀ ਲੰਬੀ ਲਾਈਨ ਸੀ। ਔਰ ਪੋਜੀਸ਼ਨਾਂ ਸਿਰਫ 4 ਜਾਂ 5 ਸੀਗੀਆਂ ਔਰ ਉਹਦੇ ਲਈ ਲਾਈਨਾਂ ਲੱਗੀਆਂ ਹੋਈਆਂ ਸੀ ਕਿ ਕਹਿੰਦੇ ਨੇ ਅਨਇੰਪਲੋਇਮੈਂਟ ਇੱਥੇ ਤੱਕ ਵੱਧ ਚੁੱਕੀ ਹੈ ਕਿ ਲੋਕ ਜਿਹੜੇ ਨੇ ਕਿ ਦੇ ਆਰ ਰੈਡੀ ਟੂ ਟੇਕ ਚਾਂਸਸ ਕਿ ਸ਼ਾਇਦ ਸਾਨੂੰ ਕੋਈ ਜੌਬ ਮਿਲ ਜਾਵੇ। ਆਹ ਹਾਲ ਵੀ ਇਸੇ ਮੁਲਕ ਦਾ ਹੈ। ਦੂਜਾ ਹਾਲ ਵੀ ਇੱਥੇ ਦਾ ਹੀ ਹੈ ਕਿ ਅਨਇੰਪਲੋਇਮੈਂਟ ਤਾਂ ਅਸੀਂ ਬਹੁਤ ਦੇਖ ਰਹੇ ਹਾਂ, ਪਰ ਜਿੱਥੇ ਵੀ ਜਾਓ ਬਿਜ਼ਨਸ ਓਨਰਸ ਕਹਿੰਦੇ ਨੇ ਸਾਨੂੰ ਬੰਦੇ ਨਹੀਂ ਮਿਲਦੇ, ਵਧੀਆ ਬੰਦਾ ਭੇਜੋ, ਰੈਫਰੈਂਸ ਸਾਨੂੰ ਨਾਲ ਦਿਓ, ਅਸੀਂ ਨਾਲ ਦੇ ਨਾਲ ਰੱਖ ਲਾਂਗੇ ਔਰ ਮੂੰਹ ਮੰਗੀ ਕੀਮਤ ਦੇਣ ਨੂੰ ਵੀ, ਜਿਹੜੀ ਸੈਲਰੀ ਦੇਣ ਨੂੰ ਵੀ ਤਿਆਰ ਨੇ। ਇੱਥੇ ਜਿਹੜਾ ਭਾਜੀ ਟੈਲਸ ਦੀ ਗੱਲ ਹੋ ਰਹੀ ਹੈ, ਜੋ ਕਿ ਵੈਨਕੂਵਰ ਬੇਸਡ ਟੈਲੀਕਮਿਊਨੀਕੇਸ਼ਨ ਕੰਪਨੀ ਜਾਇੰਟ, ਜਿਵੇਂ ਮੈਂ ਕਿਹਾ, ਇਸ ਦੇ ਵਿੱਚ 4000 ਵਰਕਰਸ ਜਿਹੜੇ ਨੇ ਉਹ ਉਹਨਾਂ ਦੇ ਮੇਨ ਟੈਲਸ ਬਿਜ਼ਨਸ ਤੇ ਇਹਨਾਂ ਨੇ ਲੇ ਆਫ ਕਰ ਰਹੇ ਨੇ। ਉਹਦੇ ਵਿੱਚ ਜਿਹੜੇ ਹਾਫ ਨੇ ਉਹ ਲੇ ਆਫ ਕਰ ਰਹੇ ਨੇ। ਜਿਹੜਾ ਦੂਜਾ ਪੋਰਸ਼ਨ ਹੈ ਉਹ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੂੰ ਉਹਨਾਂ ਨੇ अर्ਲੀ ਰਿਟਾਇਰਮੈਂਟ ਆਫਰ ਕੀਤੀ ਸੀ ਜੀ, ਔਰ ਜਾਂ ਫਿਰ ਵੋਲੰਟਰੀ ਜਿਹੜਾ ਡਿਪਾਰਚਰ ਪੈਕੇजेस ਉਹਨਾਂ ਨੂੰ ਆਫਰ ਕੀਤੇ, ਔਰ ਉਹ ਜਿਹੜੀਆਂ ਵੈਕੈਂਸੀਜ਼ ਨੇ ਉਹ ਹੁਣ ਨਹੀਂ ਭਰੀਆਂ ਜਾਣਗੀਆਂ। ਇਦਾਂ ਦੇ ਵੀ ਕਈ ਨੌਕਰੀਆਂ ਨੇ ਕਿ ਉਹ ਡਨ ਹੈ ਜੀ, ਉਹਨਾਂ ਦੀ ਨੌਕਰੀ ਖਤਮ ਹੋਣ ਤੋਂ ਬਾਅਦ ਉਹ ਨੌਕਰੀਆਂ ਖਤਮ ਨੇ। ਔਰ 2000 ਜਿਹੜੀ ਰਿਮੇਨਿੰਗ ਜਿਹੜੀ ਬਾਕੀ ਜਿਹੜੇ ਕੱਟਸ ਨੇ ਉਹ ਟੈਲਸ ਇੰਟਰਨੈਸ਼ਨਲ ਜਿਹੜਾ ਉਹਨਾਂ ਡਿਪਾਰਟਮੈਂਟ ਆ ਉੱਥੋਂ ਨੇ, ਜਿਸ ਦੇ ਵਿੱਚ ਜ਼ਿਆਦਾਤਰ ਭਾਜੀ IT ਸਰਵਿਸਿਜ਼ ਐਂਡ ਕਸਟਮਰ ਸਰਵਿਸਿਜ਼ ਜਿਹੜੇ ਨੇ ਉਹ ਗਲੋਬਲ ਕਲਾਇੰਟਸ ਲਈ ਉਹਨਾਂ ਨੇ ਹਾਇਰ ਕੀਤੇ ਸੀ, ਉਹ ਉਹਨਾਂ ਨੂੰ ਹੁਣ ਲੇ ਆਫ ਜਾਂ ਫਿਰ ਬਿਲਕੁਲ ਕੱਟ ਆਫ ਕਰ ਰਹੇ ਨੇ ਜੀ। ਦੇਖੋ ਇਹ ਉਹੀ ਆ ਨਾ, ਚੇਂਜਸ ਹੁੰਦੀਆਂ ਰਹਿੰਦੀਆਂ। ਹੁਣ ਇਹਨਾਂ ਨੇ ਚੇਂਜਸ ਕਰਕੇ ਇਹ ਲੇ ਆਫ ਕਰ ਦੇਣੇ ਆ, ਉਸ ਤੋਂ ਬਾਅਦ ਚੇਂਜਸ ਕਰਕੇ ਫਿਰ ਕਹਿਣਗੇ ਹੁਣ ਸਾਨੂੰ ਹੋਰ ਬੰਦੇ ਚਾਹੀਦੇ ਆ ਜੀ। ਸੋ ਉਹ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਵੀ ਇੱਕ ਸਾਈਡ ਤੇ ਤਾਂ ਤੁਸੀਂ ਲੇ ਆਫ ਕਰਦੇ ਆ ਜਿਹੜੇ ਬੰਦੇ ਤੁਹਾਡੇ ਐਕਸਪੀਰੀਅੰਸਡ ਆ, ਦੂਜੇ ਪਾਸੇ ਫਿਰ ਤੁਸੀਂ ਨਵੇਂ ਬੰਦੇ ਰੱਖੋਗੇ ਜੀ, ਉਹ ਵੀ IT ਦੇ ਵਿੱਚ ਜੀ। ਐਂਡ ਹਰੇਕ ਜਿਹੜਾ ਇੰਨਾ ਕਾਮਨ ਨਹੀਂ IT ਦੇ ਵਿੱਚ ਤੁਹਾਨੂੰ ਬੰਦੇ ਲੱਭਣੇ ਜੀ ਜੀ। ਸੋ ਇਵੇਂ ਹੀ ਸੇਮ ਸਿਚੁਏਸ਼ਨ ਹੋਣੀ ਆ ਤੁਹਾਡੇ ਕੋਲੇ। ਦੇਖ ਲਿਓ ਸ਼ਾਹ ਤੇ ਰੋਜਰ ਦੀ, ਹੌਲੀ ਹੌਲੀ ਇਹਨਾਂ ਨੇ ਲੇ ਆਫ ਕਰਨ ਲੱਗ ਜਾਣਾ, ਉਸ ਤੋਂ ਬਾਅਦ ਫੇਰ ਕੁਝ ਨਾ ਕੁਝ ਕਰਕੇ ਹੁਣ ਇਹਨਾਂ ਨੇ ਰੋਜਰਸ ਨੇ ਕਿੰਨੇ ਰੇਡੀਓ ਸਟੇਸ਼ਨ
ਬੰਦ ਕਰੇ ਸੀ ਆਪਾਂ ਨਿਊਜ਼ ਸ਼ੇਅਰ ਕਰੀ ਸੀ ਜੀ ਉਹਦੇ ਚ ਵੀ ਬੈਲ ਨੇ ਬੈਲ ਨੇ ਕਰੇ ਸੀ ਜੀ ਸੋ ਇਹ ਮੈਨੂੰ ਲੱਗਦਾ ਲੇ ਆਫਸ ਜਾਂ ਇਹ ਸਾਰੀ ਜਿਹੜੀ ਚੀਜ਼ਾਂ ਨੇ ਉਹ ਇਫੈਕਟ ਹੋ ਰਹੀਆਂ ਨੇ ਔਰ ਟੈਕਨੋਲੋਜੀ ਦੇ ਵਧਣ ਦੇ ਕਾਰਨ ਹੀ ਬਹੁਤ ਜਿਹੜੀਆਂ ਨੌਕਰੀਆਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਔਰ ਟੈਲਸ ਦੇ ਕੋਲ 1,08,500 ਵਰਕਰ ਸੀਗੇ ਜੀ ਐਂਡ ਆਫ ਪਿਛਲੇ ਸਾਲ ਲਾਸਟ ਈਅਰ ਤੇ ਹੁਣ ਜਿਹੜਾ ਹੈ ਇਹਨਾਂ ਦਾ ਕਹਿਣਾ ਹੈ ਕਿ ਇੱਕ ਰੀਕਨਸਟਰਕਟ ਕਰ ਰਹੇ ਨੇ ਜੀ ਆਪਣੀ ਕੰਪਨੀ ਦਾ ਜਿਹੜਾ ਸਟਰਕਚਰ ਹੈ, ਜੌਬ ਸਟਰਕਚਰ ਹੈ, ਫਾਈਨੈਂਸ਼ੀਅਲ ਸਟਰਕਚਰ ਹੈ। ਇਸ ਦੇ ਵਿੱਚ ਕੰਪਨੀ ਨੂੰ $475 ਮਿਲੀਅਨ ਦੀ ਲਾਗਤ ਆਣੀ ਹੈ ਜੀ 2023 ਦੇ ਵਿੱਚ ਔਰ ਇਸ ਦੇ ਵਿੱਚ ਹੋਰ ਕਿੰਨੇ ਕੁ ਖਰਚੇ ਆਉਂਦੇ ਨੇ, ਕਿਵੇਂ ਉਹਨਾਂ ਨੂੰ ਪੂਰੇ ਕਰਨੇ ਨੇ, ਉਹ ਕੱਲੀਆਂ ਨੌਕਰੀਆਂ ਕੱਢ ਕੇ ਨਹੀਂ, ਨਵੀਂ ਨੌਕਰੀ ਪੈਦਾ ਵੀ ਤੁਸੀਂ ਕਿਹਾ ਕਿ ਇਹਨਾਂ ਨੇ ਕਰਨੀਆਂ ਨੇ, ਡਿਪਾਰਟਮੈਂਟ ਜਿਹੜੇ ਨੇ ਉਹ ਬਿਲਕੁਲ ਚੇਂਜ ਕਰ ਦੇਣੇ ਨੇ ਜੀ ਇਹਨਾਂ ਨੇ। ਸੋ ਉਹਦੇ ਕਰਕੇ ਮੈਨੂੰ ਲੱਗਦਾ ਕਿ ਰੀਕਨਸਟਰਕਸ਼ਨ ਜਿਹੜੀ ਹੈ ਕੰਪਨੀ ਦੇ ਵਿੱਚ ਚੱਲ ਰਹੀ, ਪਰ ਉਹ ਇਫੈਕਟ ਜਿਹੜੇ EMPLOYEES ਜਿਹੜੇ ਕੱਢੇ ਜਾਣਗੇ ਜਾਂ ਜਿਹੜੇ ਨੌਕਰੀ ਤੋਂ ਹੱਥ ਤੋਂ ਬੈਠਣਗੇ ਉਹਨਾਂ ਨੂੰ ਤਾਂ ਬਹੁਤ ਤਗੜਾ ਪੈਣਾ ਜੀ। ਦੇਖੋ ਫਰਕ ਤਾਂ ਪੈਣਾ ਸ਼ਵੀ ਜੀ, ਪਰ ਇੱਥੇ ਜਿਹੜੀ ਆਪਾਂ ਗੱਲ ਕਰਦੇ ਆ ਨਾ ਨਾਲ ਜਿਹੜੀ 5.5 ਜੀ ਉਹੀ ਗੱਲ ਕਰ ਲੈਂਦੇ ਆ ਹਾਂਜੀ ਅਨਐਮਪਲੋਇਮੈਂਟ ਦੀ ਜੀ। ਮੈਂ ਦੋਨੇ ਖਬਰਾਂ ਇਕੱਠੀਆਂ ਕਰਦਾ। ਹੁਣ ਜਿਹੜੇ ਆਹ EMPLOYEE ਜੀ ਲੇ ਆਫ ਹੋ ਜਾਣੇ ਆ ਉਹ ਫਿਰ ਅਨਐਮਪਲੋਇਮੈਂਟ ਦੀ ਕੈਟਾਗਰੀ ਚ ਆ ਗਏ, ਉਹ ਕੈਟਾਗਰੀ ਚ ਆ ਗਏ ਨਾ, ਉਹ ਅਗਸਤ ਦੇ ਵਿੱਚ ਵੱਧ ਜਾਣਗੇ ਫਿਰ ਹੋਰ। ਬਿਲਕੁਲ, ਪਰ ਜਿੱਥੇ ਜੇ ਕੋਈ ਕੁਆਲੀਫਾਈਡ ਹੈ ਨਾ ਬੰਦਾ IT ਚ ਤੇ ਉਦੋਂ ਜੇ ਲੋਅਰ ਲੈਵਲ ਤੇ ਕਿਸੇ ਨੂੰ ਕੋਈ ਬੰਦੇ ਚਾਹੀਦੇ ਆ ਜੀ, ਫਿਰ ਉਹ ਜਿਹੜੇ ਉਹ ਕੁਆਲੀਫਾਈਡ ਆ ਉਹ ਨਹੀਂ ਜਾਂਦੇ ਉੱਥੇ। ਉਹ ਕਹਿਣਗੇ ਜੀ ਇਹ ਤਾਂ ਸਾਡੀ ਤਾਂ ਕੁਆਲੀਫਿਕੇਸ਼ਨ ਜ਼ਿਆਦੇ ਆ ਜੀ ਜੀ। ਜਿਹੜਾ ਉਹ EMPLOYER ਹੈ ਜਿਹੜਾ ਥੋੜੀ ਜੀ ਲੋਅਰ ਲੈਵਲ ਦੇ ਬੰਦੇ ਲੱਭਦਾ ਉਹ ਸਫਰ ਕਰੂਗਾ ਜੀ, ਤੇ ਜਿਹੜੇ ਜ਼ਿਆਦੇ ਕੁਆਲੀਫਾਈਡ ਆ ਉਹਨਾਂ ਨੇ ਕੰਮ ਨਹੀਂ ਕਰਨਾ ਜੀ, ਅਨਐਮਪਲੋਇਮੈਂਟ ਲੈਣਗੇ ਜੀ। ਫਿਰ ਸਾਰਾ ਪ੍ਰੈਸ਼ਰ ਫਿਰ ਪ੍ਰੈਸ਼ਰ ਉੱਥੇ ਪਊਗਾ, ਆਪਣਾ ਸਰਕਾਰ ਤੇ ਪਊਗਾ। ਔਰ ਸਟੈਟਸ ਕੈਨੇਡਾ ਦੀ ਰਿਪੋਰਟ ਦੇ ਹਿਸਾਬ ਨਾਲ EMPLOYMENT ਜਿਹੜੀ ਹੈ ਉਹ ਜੁਲਾਈ ਦੇ ਵਿੱਚ ਚੇਂਜ ਹੋ ਕੇ ਥੱਲੇ ਡਿੱਗ ਗਈ ਜੀ, 6400 ਜੌਬਸ ਤੋਂ ਥੱਲੇ ਹੋ ਡਿੱਗ ਗਈ ਜੀ। ਔਰ ਅਨਇੰਪਲੋਇਮੈਂਟ ਜਿਹੜਾ ਰੇਟ ਹੈ ਉਹ ਵੱਧ ਕੇ 5.5% ਹੋ ਗਿਆ। ਭਾਜੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਹੋ ਸਕਦਾ ਹੈ ਜਿਹੜੀਆਂ ਕਈ ਕੈਸ਼ ਜੌਬਸ ਕੋਵਿਡ ਤੋਂ ਬਾਅਦ ਜ਼ਿਆਦਾ ਵੱਧ ਗਈਆਂ ਨੇ। ਕਈ ਦੇਖੋ ਕੈਸ਼ ਹੈ ਨਾ ਜਿਹੜਾ ਤੁਸੀਂ ਫੇਸਬੁੱਕ ਤੇ ਮਾਰਕੀਟ ਪਲੇਸ ਦੇਖ ਲਓ ਜੀ, ਉਹਦੇ ਤੇ ਹਾਂਜੀ ਓਪਨਲੀ ਜਿਹੜੀ ਆ ਐਡਵਰਟਾਈਜ਼ ਹੁੰਦੀ ਹੈ ਜੀ। ਤੁਸੀਂ ਕੀਜੀ ਦੇਖ ਲਓ ਉਹਦੇ ਤੇ ਓਪਨਲੀ ਐਡਵਰਟਾਈਜ਼ ਹੁੰਦੀਆਂ ਐਂਡ ਕੈਸ਼ ਵਾਸਤੇ ਤੁਹਾਨੂੰ ਬੰਦੇ ਵੀ ਲੱਭ ਜਾਂਦੇ ਆ ਜੀ। ਪਰ ਉਹ ਜਿਹੜੀਆਂ ਕੈਸ਼ ਜੌਬਸ ਆ ਉਹ 1 ਦਿਨ 2 ਦਿਨ 4 ਦਿਨ ਹਫਤਾ 10 ਦਿਨ ਉਹ ਜਿਹੜੇ ਬੰਦੇ ਹੈਗੇ ਆ ਹੁਣ ਜੇ ਕੋਈ ਫੁੱਲ ਟਾਈਮ ਕੰਮ ਕਰਦਾ ਤੇ ਉਹ ਇਹ ਜੀ ਕੈਸ਼ ਜੌਬ ਲੱਭ ਕੇ ਆਪਦਾ 4 ਘੰਟੇ ਵੀਕਐਂਡ ਤੇ ਜਾਂ 10 ਘੰਟੇ ਵੀਕਐਂਡ ਤੇ ਕੰਮ ਕਰ ਲਿਆ ਕੋਈ ਗੱਲ ਨਹੀਂ। ਪਰ ਉਹਦੇ ਨਾਲ ਜਿਹੜੇ ਲੋਕ ਹੈਗੇ ਆ ਨਾ ਜਿਹੜੇ ਕੰਮ ਨਹੀਂ ਕਰਦੇ ਫੁੱਲ ਟਾਈਮ ਉਹ ਵੀ ਇਹ ਕੰਮ ਤੇ ਲੱਗੇ ਹੋਏ ਆ। ਉਹ ਹੁਣ ਕੀ ਕਰਦੇ ਆ, ਉਹਨਾਂ ਨੂੰ $3000 $4000 ਕੈਸ਼ ਉਹਨਾਂ ਨੇ ਮਹੀਨੇ ਦਾ ਬਣਾ ਲਿਆ। ਉਹ ਤਾਂ ਆਲਮੋਸਟ $8000 ਦੀ ਜੌਬ ਹੋ ਗਈ। ਜੇ ਤੁਸੀਂ ਪੇਰੋਲ ਤੇ ਕੰਮ ਕਰਨਾ ਹੈ ਟੈਕਸਸ ਦੇ ਕੇ ਆਲਮੋਸਟ $7,000 ਤੋਂ $8,000 ਹੈ ਜਿਹੜਾ ਉਹਦੀ ਜਿਹੜੀ ਪੇ ਆ ਉਹ ਕੈਸ਼ ਕਰ ਜਿਹੜੇ ਤੁਸੀਂ ਡਿਡਕਸ਼ਨਾਂ ਕੱਟਣੀਆਂ ਕਟਾ ਕੇ ਤੁਹਾਡਾ 4000 ਦੇ ਨੇੜੇ 5 ਹੋ ਜਾਣਾ। ਹਾਂਜੀ ਰਾਈਟ, ਉਹ ਬਹੁਤ ਟ੍ਰੈਂਡ ਚੱਲਿਆ ਹੋਇਆ। ਦੂਜੀ ਗੱਲ ਸ਼ਵੀ ਜੀ ਬਹੁਤ ਜ਼ਿਆਦਾ ਹੈਗੀ ਆ, ਜਿਹੜੇ ਲੋਕ ਵਿਜ਼ਟਰ ਆਉਂਦੇ ਆ ਉਹ ਕਿਸੇ ਵੀ ਕੰਟਰੀ ਤੋਂ ਆਉਂਦੇ, ਹੁਣ ਕੋਈ ਜ਼ਰੂਰੀ ਨਹੀਂ ਵੀ ਕਿਸੇ ਇੱਕ ਕੰਟਰੀ ਤੋਂ ਆਉਂਦੇ ਆ। ਜਿਹੜੇ ਵਿਜ਼ਟਰ ਆਉਂਦੇ ਆ ਨਾ ਉਹ ਸਪੈਸ਼ਲੀ ਸਮਰ 'ਚ ਫਿਰ ਉਹ ਵਿਜ਼ਟਰ ਆ ਕੇ ਕੈਸ਼ ਜੌਬ ਇੱਥੇ ਕਰਦੇ ਆ। ਕੈਸ਼ ਕਰਕੇ ਕੈਸ਼ 4-5 ਮਹੀਨੇ ਕੰਮ ਕਰਕੇ ਉਸ ਤੋਂ ਬਾਅਦ ਫਿਰ ਵਾਪਸ ਚਲੇ ਜਾਂਦੇ ਆ। ਹੁਣ ਦੇਖੋ ਜਿਹੜੇ ਆਉਂਦੇ ਤਾਂ ਵਿਜ਼ਟਰ ਆ ਪਰ ਕੰਮ ਕਰਦੇ ਆ, ਉਹ ਐਕਚੁਅਲੀ ਵਿਜ਼ਿਟ ਕਰਨ ਨਹੀਂ ਆਉਂਦੇ, ਵਿਜ਼ਟਰ ਨਹੀਂ ਆਉਂਦੇ, ਉਹ ਆਉਂਦੇ ਹੀ ਕੰਮ ਕਰਨ ਵਾਸਤੇ। 6 ਮਹੀਨੇ ਕੰਮ ਕੀਤਾ, 8 ਮਹੀਨੇ ਕੰਮ ਕੀਤਾ, ਵਿੱਚ ਚਲੇ ਗਏ ਔਰ ਸਾਰਾ ਕੈਸ਼ ਤੇ ਕੀਤਾ, ਨਾ ਕੋਈ ਰਿਕਾਰਡ ਨਾ ਕੋਈ ਕੁਛ। ਤੇ ਪਰ ਉਹਦੇ ਨਾਲ ਕੀ ਹੈ ਕਿ ਉਹ ਜਿਹੜੀ ਇਹ ਜਿਹੜੇ ਆંકੜੇ ਨੇ ਇਹਨਾਂ ਤੇ ਕੋਈ ਇਫੈਕਟ ਨਹੀਂ, ਕੋਈ ਰਿਕਾਰਡ 'ਚ ਹੈ ਨਹੀਂ, ਕੋਈ ਰਿਕਾਰਡ 'ਚ ਨਹੀਂ। ਸੋ ਜਿਹੜੇ ਕਈ EMPLOYERS ਵੀ ਫਿਰ ਇਦਾਂ ਦੇ ਲੱਭਦੇ ਨੇ ਕਿ ਚਲੋ ਸਸਤੇ 'ਚ ਸਾਡਾ ਸ਼ਾਇਦ ਕੰਮ ਚੱਲ ਜਾਵੇ। ਦੇਖੋ ਕਈ ਜੌਬਾਂ ਜਾਂ ਕਈ ਬਿਜ਼ਨਸ ਇਹੋ ਜਿਹੇ ਹੈਗੇ ਆ, ਹੁਣ ਰੈਸਟੋਰੈਂਟ ਬਿਜ਼ਨਸ ਲੈ ਲਓ,
ਜੀ ਰੈਸਟੋਰੈਂਟ ਬਿਜ਼ਨਸ 'ਚ ਵੀ ਬਹੁਤ ਕੈਸ਼ ਆਉਂਦਾ। ਜੀ ਨਹੀਂ, ਹਰ ਇੱਕ ਚੀਜ਼ ਹੈ, ਮੈਂ ਤਾਂ ਕਹਿੰਦਾ ਭਾਈ। ਨਹੀਂ, ਕਈ ਬਿਜ਼ਨਸਾਂ 'ਚ ਨਹੀਂ ਆਉਂਦਾ, ਉੱਥੇ ਮੁਸ਼ਕਲ ਹੈ, ਉੱਥੇ ਫਿਰ ਕੈਸ਼ ਜੌਬ ਹੁੰਦੀ ਵੀ ਨਹੀਂ। ਨਹੀਂ, ਸਹੀ ਗੱਲ ਰਾਈਟ। ਜਿਹੜਾ EMPLOYER ਹੈ ਜਾਂ ਬਿਜ਼ਨਸਮੈਨ ਆ, ਉਹਨੇ ਦੇਖਣਾ ਨਾ ਵੀ ਮੈਂ ਕੈਸ਼ ਆਉਂਦਾ ਵੀ ਹੈ ਕਿ ਨਹੀਂ ਕਿਤੋਂ। ਹਾਂਜੀ ਹਾਂਜੀ, ਤਾਂ ਹੀ ਉਹ ਕੈਸ਼ ਲਾਊਗਾ ਨਾ ਜੀ। ਬਿਲਕੁਲ ਜੀ। ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ, ਜਿੱਥੇ ਸਰਕਾਰ ਤਾਂ ਕਹਿ ਰਹੀ ਹੈ ਕਿ ਇਮੀਗ੍ਰੇਸ਼ਨ ਜਿਹੜੀ ਇਹਨੂੰ ਹੋਰ ਵਧਾ ਦੇਣਾ, 5 ਲੱਖ ਬੰਦਾ ਜਿਹੜਾ ਹਰ ਸਾਲ ਇੱਥੇ ਆਊਗਾ ਜੀ 2025 ਤੱਕ। ਪਰ ਜੇ ਇਦਾਂ ਅਨਇੰਪਲੋਇਮੈਂਟ ਰਹੀ, ਜਾਂ ਫਿਰ ਅੱਜ ਕੱਲ੍ਹ ਜਿਹੜੇ ਰਿਸੈਸ਼ਨਸ ਤੇ ਅਸੀਂ ਖਬਰਾਂ ਰੋਜ਼ ਸੁਣ ਰਹੇ ਹਾਂ ਕਿ ਰਿਸੈਸ਼ਨ ਬਹੁਤ ਜ਼ਿਆਦਾ ਪੀਕ ਤੇ ਆ ਗਿਆ, ਔਰ ਹੋਰ ਉਸ ਤੋਂ ਜ਼ਿਆਦਾ ਰਿਸੈਸ਼ਨ ਆਉਣ ਵਾਲਾ ਹੈ ਜੀ, ਸਪੈਸ਼ਲੀ ਕੈਨੇਡਾ ਤੇ US ਤੇ ਇਸ ਦੇ ਵਿੱਚ ਤਾਂ ਫਿਰ ਇਮੀਗ੍ਰੇਸ਼ਨ ਤੇ ਵੀ ਬਹੁਤ ਗਹਿਰਾ ਔਰ ਬਹੁਤ ਵੱਡਾ ਅਸਰ ਵੀ ਪੈ ਸਕਦਾ। ਹੁਣ ਦੇਖੋ, ਕਈ ਫੈਮਲੀਆਂ ਹੈਗੀਆਂ ਜੀ, ਉਹ ਕਿਸੇ ਵੀ ਕਮਿਊਨਿਟੀ 'ਚ ਹੋ ਸਕਦੀ ਜੀ ਜੀ ਜੀ, ਉਹ ਆਪੋ ਵਿੱਚ ਹੀ ਡਿਵੋਰਸ ਵੀ ਕਰ ਲੈਂਦੇ ਆ ਜੀ, ਹਸਬੈਂਡ ਵਾਈਫ ਜੀ, ਲੋ ਇਨਕਮ ਵਾਲੇ ਘਰ ਵੀ ਲੈ ਲੈਂਦੇ ਆ ਗਵਰਨਮੈਂਟ ਤੋਂ, ਇਦਾਂ ਦੇ ਵੀ ਕੰਮ ਹੁੰਦੇ ਪਰ ਬਿਜ਼ਨਸ ਕੰਮ ਵੀ ਵਧੀਆ, ਰਹਿੰਦੇ ਵੀ ਇਕੱਠੇ ਆ। ਉਹ ਬੈਨੀਫਿਟਸ ਵਾਲੀ ਗੱਲ ਹੈ ਨਾ, ਬੈਨੀਫਿਟਸ ਦਾ ਯੂਜ਼ ਹੋਣਾ ਕਿਸੇ ਨੀਡੀ ਲਈ, ਉਹਦੇ ਲਈ ਇਹ ਸਾਰੀ ਚੀਜ਼ਾਂ ਬਣੀਆਂ ਨੇ। ਔਰ ਬੈਨੀਫਿਟਸ ਦਾ ਮਿਸਯੂਜ਼ ਕਰਨਾ, ਇਹ ਮਿਸਯੂਜ਼ ਹੈ ਕਿ ਆਪਣੇ ਬੈਨੀਫਿਟ ਲਈ, ਇਹ ਵੀ ਫਿਰ ਬਹੁਤ ਗਲਤ ਗੱਲ ਹੈ ਜੀ। ਆਪਾਂ ਕਿਸੇ ਇੱਕ ਕਮਿਊਨਿਟੀ ਤੇ ਟਾਰਗੇਟ ਨਹੀਂ ਕਰਦੇ, ਸਾਰੇ ਹੀ ਆ, ਬਹੁਤ ਸਾਰੀ ਕਮਿਊਨਿਟੀਜ਼, ਸਾਰੇ ਹੀ। ਹਾਂਜੀ ਹਾਂਜੀ, ਬਹੁਤ ਸਾਰੀ ਕਮਿਊਨਿਟੀਜ਼ ਦੇ ਵਿੱਚ ਹੁੰਦਾ, ਔਰ ਬਹੁਤ ਸੁਣਿਆ ਵੀ ਹੈ ਜੀ ਇੱਥੇ। ਔਰ ਇਹ ਜਿਹੜੀ ਚੀਜ਼ ਹੈ, ਕਿਉਂਕਿ ਬੈਨੀਫਿਟ ਮੀਨਸ ਕਿਸੇ ਦੀ ਮਦਦ ਲਈ ਕੋਈ ਚੀਜ਼ ਬਣਾਈ। ਦੇਖੋ, ਜਿਹੜਾ ਹੁਣ ਆਪਾਂ ਨਾ, ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਇਹ ਇੱਕ ਬਹੁਤ ਵੱਡਾ ਵਿਸ਼ਾ ਹੈ, ਇਹਨੂੰ ਡਿਬੇਟ ਕਰ ਸਕਦੇ ਹਾਂ ਜਾਂ ਡਿਸਕਸ਼ਨ ਕਰ ਸਕਦੇ ਹਾਂ। ਹੁਣ ਜਿਹੜੀ ਲੋ ਇਨਕਮ ਵਾਲੇ ਹਾਊਸਿੰਗ ਆ, ਉਹ ਬਣੇ ਤਾਂ ਹੈਗੇ ਆ ਵੀ ਜੇ ਕਿਸੇ ਦੀ ਲੋ ਇਨਕਮ ਹੈ ਜਾਂ ਜੌਬ ਨਹੀਂ, ਜਾਂ ਕਿਸੇ ਦੇ ਸੱਟ ਵੱਜੀ ਆ, ਉਹ ਕੰਮ ਨਹੀਂ ਕਰ ਸਕਦਾ। ਪਰ ਦੂਜੇ ਪਾਸੇ ਜਿਹੜੀ ਆਪਾਂ ਪਿਛਲੇ ਵੀਕ ਵੀ ਗੱਲ ਕਰੀ ਸੀ, ਜਿਹੜੀ ਗਵਰਨਮੈਂਟ ਪੈਸੇ ਦਿੰਦੀ ਹੈ ਰਿਫਿਊਜੀਆਂ ਨੂੰ ਤੇ ਹੋਰ ਬਹੁਤ ਹਾਊਸਿੰਗ ਹੈਲਪ ਕਰਦੇ ਆ ਜੀ, ਉੱਥੇ ਵੀ ਬਹੁਤ ਮਿਸਯੂਜ਼ ਹੁੰਦਾ ਜੀ ਜੀ, ਰਾਈਟ। ਇਹ ਓਵਰਆਲ ਹੈ ਨਾ, ਜਿਹੜਾ ਜਾਂ ਤਾਂ ਗਵਰਨਮੈਂਟ ਐਜੂਕੇਟ ਨਹੀਂ ਕਰ ਸਕਦੀ, ਜਾਂ ਜਿਹੜੀ ਗਵਰਨਮੈਂਟ ਆ ਉਹ ਪੂਰਾ ਚੰਗੀ ਤਰ੍ਹਾਂ ਟੈਕਲ ਨਹੀਂ ਕਰ ਸਕਦੀ, ਸਟ੍ਰਿਕਟ ਨਹੀਂ ਹੋ ਸਕਦੇ ਉਹ ਵੀ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਸ਼ਾਇਦ ਨਾ ਮਿਲਦਾ ਹੋਵੇ, ਪਰ ਜਿਨ੍ਹਾਂ ਨੂੰ ਨਹੀਂ ਲੋੜ ਉਹ ਲੈ ਰਹੇ, ਉਹ ਬੈਨੀਫਿਟਸ ਦੇ ਮੌਜਾਂ ਲੈ ਰਹੇ ਨੇ ਜੀ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਵਿਸ਼ਾ ਹੈ, ਤੇ ਇਸ ਦੇ ਉੱਪਰ ਸਾਨੂੰ ਵਾਕਈ ਕੁਝ ਟਾਕ ਸ਼ੋਜ਼ ਮੈਨੂੰ ਲੱਗਦਾ ਇਹਦੇ ਤੇ ਹੀ ਕਰਨੇ ਚਾਹੀਦੇ ਨੇ, ਕਿਉਂਕਿ ਇਕੱਲਾ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ, ਇਹ ਸਾਰੇ ਹੀ ਆ ਜੀ, ਪੂਰੇ ਆਲ ਓਵਰ ਕੈਨੇਡਾ, ਈਵਨ ਆਲ ਓਵਰ USA ਜਿਹੜਾ ਹੈ ਅੱਜ ਕੱਲ੍ਹ ਕੈਸ਼ ਤੇ ਨੌਨ ਟੈਕਸਸ ਬੈਨੀਫਿਟਸ ਔਰ ਜਿਹੜੀ ਚੀਜ਼ਾਂ ਚੱਲ ਰਹੀਆਂ ਨੇ, ਆਈ ਥਿੰਕ ਇਸ ਦੀ ਨੌਲੇਜ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਪੂਰੀ ਤਰੀਕੇ ਨਾਲ ਮਿਲਣੀ ਚਾਹੀਦੀ ਹੈ, ਤੇ ਜ਼ਰੂਰ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ। ਮੈਂ ਨਾ ਸ਼ਵੀ ਜੀ ਕਈ ਵਾਰੀ ਬਾਰਡਰ ਕ੍ਰਾਸ ਕਰਕੇ ਸਪੋਕਨ, ਸਿਆਟਲ ਉਧਰ ਚੱਕਰ ਲਾਇਆ ਜਾ, ਉੱਥੇ ਨਾ, ਇੱਥੇ ਵੀ ਹੁਣ ਤਾਂ ਮੈਂ ਦੇਖਿਆ ਕੈਨੇਡਾ 'ਚ ਵੀ ਮੈਕਡੋਨਲਡ ਆ ਜਿਹੜੇ, ਉਹਨਾਂ ਦੇ ਬਾਹਰ ਸਾਈਨ ਲੱਗਿਆ ਹੁੰਦਾ ਬੈਨਰ ਬਣਾ ਕੇ, $18 ਪਰ ਆਵਰ, ਹੈਲਪ ਵਾਂਟਡ। ਤੇ ਜਦੋਂ ਬਾਰਡਰ ਕ੍ਰਾਸ ਕਰ ਜਾਈਦਾ ਨਾ, ਉੱਥੇ ਤਾਂ ਹਰੇਕ ਮੈਕਡੋਨਲਡ ਤੇ ਸਾਈਨ ਲੱਗਿਆ $18, $19 ਪਰ ਆਵਰ। ਸਾਡੀ ਇੱਥੋਂ ਤੱਕ ਵੀ ਇੰਨੀ ਉਹਨਾਂ ਨੂੰ ਜ਼ਰੂਰਤ ਹੈ ਐਮਪਲੋਈਆਂ। ਬਿਲਕੁਲ, ਅਸੀਂ ਉਹੀ ਦੇਖਦੇ ਹਾਂ ਕਿ ਮਾਲ ਚੱਲ ਜਾਓ, ਕਿਤੇ ਵੀ ਮਾਲ ਚਲੇ ਜਾਓ, ਉਹ ਹਰ ਸਟੋਰ ਦੇ ਬਾਹਰ ਲਿਖਿਆ ਹੁੰਦਾ ਜੀ ਹੈਲਪ ਵਾਂਟਡ, ਤੁਸੀਂ ਆ ਕੇ ਇੱਕ ਵਾਰ ਅਪਲਾਈ ਕਰੋ। ਪਰ ਪਤਾ ਨਹੀਂ ਕਿਹੜੀ ਐਸੀ ਚੀਜ਼ ਹੈ ਕਿ ਲੋਕ ਸ਼ਾਇਦ ਅਪਲਾਈ ਨਹੀਂ ਕਰ ਰਹੇ, ਜਾਂ ਲੋਕਾਂ ਨੂੰ ਸ਼ਾਇਦ ਵਾਕਈ ਜੌਬ ਨਹੀਂ ਮਿਲ ਰਹੀ, ਜਾਂ ਸਿਰਫ ਰੈਫਰੈਂਸਿਸ ਤੇ ਗੱਲ ਟਿਕੀ ਹੋਈ ਹੈ। ਜੋ ਵੀ ਹੈ, ਅਨਇੰਪਲੋਇਮੈਂਟ ਦਿਨ ਪਰ ਦਿਨ ਵੱਧਦਾ ਜਾ ਰਿਹਾ, ਔਰ ਜਿਹੜੀ ਪੋਪੂਲੇਸ਼ਨ ਹੈ ਅਫਕੋਰਸ ਉਹ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਦੇਖਦੇ ਹਾਂ ਕਿ ਆਉਂਦੇ ਸਾਲਾਂ ਦੇ ਵਿੱਚ ਜੇ 2025 ਤੱਕ ਹੈ, 2025 ਤੋਂ ਬਾਅਦ ਜਦੋਂ ਇੰਨੇ ਜ਼ਿਆਦਾ ਇਮੀਗ੍ਰੈਂਟਸ ਵੀ ਇੱਥੇ ਹੋ ਜਾਣਗੇ, ਉਹਨੂੰ ਕਿਵੇਂ ਡਿਸਟਰੀਬਿਊਟ ਕੀਤਾ ਜਾਵੇ, ਕਿੱਥੋਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਕਿਵੇਂ ਉਹਨਾਂ ਨੂੰ ਸੈਟਲ ਕੀਤਾ ਜਾਵੇ, ਕਿ ਇੱਕ ਬਹੁਤ ਵੱਡਾ। ਨਹੀਂ, ਇਮੀਗ੍ਰੈਂਟ ਤਾਂ ਬਹੁਤ ਆ ਰਹੇ ਜੀ ਹੁਣ ਵੀ ਸ਼ਵੀ ਜੀ। ਜੇ ਆਪਾਂ ਦੇਖਦੇ ਹਾਂ, ਜਿਹੜੀ ਆਪਾਂ ਹਾਊਸਿੰਗ ਰੈਂਟਲ ਦੀ ਗੱਲ ਕਰਦੇ ਹੁੰਦੇ ਹਾਂ, ਉਹ ਡਿਮਾਂਡ ਐਂਡ ਸਪਲਾਈ ਆ। ਜੇ ਆਪਾਂ ਕੱਲੇ ਕੈਲਰੀ ਦੀ ਗੱਲ ਕਰੀਏ ਜੀ, ਤਾਂ ਡਿਮਾਂਡ ਸਪਲਾਈ ਘੱਟ ਆ ਜੀ, ਡਿਮਾਂਡ ਜ਼ਿਆਦਾ, ਇਸੇ ਕਰਕੇ ਰੈਂਟ ਵਧ ਰਿਹਾ ਜੀ। ਜੀ ਉਹੀ ਗੱਲ ਹੈ। ਸੋ ਦੇਖਦੇ ਹਾਂ ਇਹਦੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਆਉਂਦੀ ਹੈ ਜੀ। ਭਾਜੀ ਮੈਨੂੰ ਲੱਗਦਾ ਸਮਾਂ ਜਿਹੜਾ ਹੋ ਗਿਆ ਹੈ ਉਹ
ਹੋ ਗਿਆ ਹੈ ਜਾਣ 2 ਸੀਟਰ ਦਾ 2 ਸੀਟਰ ਦਾ, ਪਰ ਅੱਜ ਤੁਹਾਨੂੰ ਨਾ ਵਾਇਆ ਕਿਸੇ ਹੋਰ ਕੰਟਰੀ ਤੋਂ ਲੈ ਕੇ ਜਾਂਦੇ ਹਾਂ। ਅੱਛਾ, ਅੱਜ ਕਿਸੇ ਹੋਰ ਕੰਟਰੀ ਤੋਂ ਫਿਰ ਪੰਜਾਬ ਪਹੁੰਚਾਂਗੇ, ਪੰਜਾਬ ਵਾਲੀ ਕੰਟਰੀ ਤੋਂ ਪੰਜਾਬ ਪਹੁੰਚਾਂਗੇ। ਤੁਸੀਂ ਆ ਵੀ ਦੇਖ ਲਓ ਹੁਣ, ਤੁਸੀਂ ਮੇਰਾ ਇਸ਼ਾਰਾ ਸਮਝ ਗਏ? ਸਮਝ ਗਿਆ ਜੀ, ਸਮਝ ਗਿਆ, ਹਾਂ ਸਮਝ ਗਏ ਜੀ, ਸਮਝ ਗਏ। ਪਰ ਉਸ ਤੋਂ ਪਹਿਲਾਂ ਜਿਹੜੇ ਤੁਹਾਡਾ ਉਹ ਇੱਕ ਮੈਂ ਹੋਰ ਜਿਹੜਾ ਤੁਸੀਂ ਕਹਿਣ ਲੱਗੇ ਨਾ, ਪਹਿਲਾਂ ਤੁਸੀਂ ਪਰਮਿਸ਼ਨ ਲੈ ਲਈ ਉੱਥੇ ਜਾਣ ਦੀ? ਲੈ ਲਈ ਜੀ, ਲੈ ਲਈ। ਇੱਕ ਉਹ ਇੰਡੀਗੋ ਵਾਲਾ ਪਲੇਨ ਪਿਛਲੇ ਵੀਕ ਦੀ ਗੱਲ ਆ, ਹਾਂਜੀ, ਉਹ ਅੱਧਾ ਘੰਟਾ ਉਹਨਾਂ ਦੀ 에ਅਰ ਸਪੇਸ ਚ ਰਿਹਾ, ਹਾਂਜੀ ਹਾਂਜੀ ਇਲੀਗਲੀ, ਹਾਂਜੀ, ਪਰ ਉਹ ਬਚ ਕੇ ਆ ਗਿਆ, ਬਚ ਕੇ ਵਾਪਸ ਆ ਗਿਆ ਜੀ। ਬਿਲਕੁਲ ਬਿਲਕੁਲ। ਸੋ ਤੁਸੀਂ ਵੀ ਮੇਕ ਸ਼ੋਰ ਵੀ ਅਸੀਂ ਤਾਂ ਉੱਥੇ ਜਾ ਕੇ ਬਿਲਕੁਲ ਲੈਂਡ ਕਰਕੇ ਪ੍ਰੋਪਰ ਮਿਲ ਗਿਲ ਕੇ ਹੈ ਕੁਝ ਖਾ ਪੀ ਕੇ ਆਵਾਂਗੇ, ਕੋਈ ਗੱਲ ਨਹੀਂ। ਸੋ ਉੱਥੇ ਜਾਣ ਤੋਂ ਪਹਿਲਾਂ ਤੇ ਪਾਸਪੋਰਟ ਦੀ ਜਿਵੇਂ ਲੋੜ ਹੁੰਦੀ ਹੈ, ਉਵੇਂ ਸਾਨੂੰ ਲਾਲ ਡਾਇਰੀ ਦੀ ਬੜੀ ਲੋੜ ਹੁੰਦੀ ਹੈ। ਤਾਂ ਸਾਨੂੰ ਇਰਸ਼ਾਦ ਕਰੋ ਜੀ, ਇਰਸ਼ਾਦ ਠੋਕੋ। ਉਹ ਕਹਿੰਦੇ ਆ ਜੀ ਲਾਲ ਡਾਇਰੀ ਕਹਿੰਦੀ ਆ ਜੀ। ਹੁਣ ਕਹਿੰਦੀ ਕਿਹਨੂੰ ਆ? ਮੇਰਾ ਖਿਆਲ ਤਾਂ ਤੁਹਾਨੂੰ ਕਹਿੰਦੀ ਆ। ਠੀਕ ਹੈ ਜੀ, ਪਰ ਤੁਸੀਂ ਕਹਿਣਾ ਕਿਸੇ ਨੂੰ ਹੋਰ ਕਹਿੰਦੀ ਆ ਜੀ। ਤੂੰ ਰੱਖ ਲੈ ਸਾਂਭ ਕੇ ਪਿਆਰ ਆਪਣੇ ਨੂੰ। ਅੱਛਾ, ਤੂੰ ਰੱਖ ਲੈ ਸਾਂਭ ਕੇ ਪਿਆਰ ਆਪਣੇ ਨੂੰ, ਅਸੀਂ ਤਹਿਨਾਈਆਂ ਨਾਲ ਹੀ ਜਿਉਣਾ ਸਿੱਖ ਲਿਆ। ਆਏ ਹਾਏ 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 ਹਾਏ। ਸੋ ਹੁਣੇ ਮੇਰਾ ਖਿਆਲ ਤਾਂ ਤੁਹਾਨੂੰ ਕਹਿੰਦੀ ਆ ਲਾਲ ਡਾਇਰੀ, ਪਰ ਤੁਸੀਂ ਕਿਤੇ ਕਿਸੇ ਹੋਰ ਉਹ ਸਾਂਭ ਕੇ ਵੀ ਰੱਖ ਲਿਆ ਉਹਨਾਂ ਨੇ ਆਪਣੇ ਪਿਆਰ ਨੂੰ, ਇਸ਼ਕ ਨੂੰ, ਮੁਹੱਬਤ ਨੂੰ। ਤੁਸੀਂ ਤਨਹਾਈਆਂ 'ਚ ਨਹੀਂ, ਤੁਸੀਂ ਉਹਨਾਂ ਦੇ ਨਾਲ ਰਹਿਣਾ ਸਿੱਖ ਲਿਆ। ਲਓ ਭਾਜੀ, ਪਹੁੰਚ ਗਏ ਅਸੀਂ। ਔਰ ਪਾਕਿਸਤਾਨ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਔਰ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਜਿਹੜੇ ਮੁਖੀ ਇਮਰਾਨ ਖਾਨ ਸਾਹਿਬ ਨੂੰ ਉਹਨਾਂ ਨੇ 3 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਜੀ। ਦੇਖੋ ਸ਼ਵੀ ਜੀ, ਕਈ ਵਾਰੀ ਨਾ ਸੋਚੀਦਾ ਜੀ, ਸਪੈਸ਼ਲੀ ਪਾਕਿਸਤਾਨ ਜੀ, ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰ ਬਣਿਆ, ਮੇਰਾ ਖਿਆਲ ਕੋਈ ਇੱਕ ਅੱਧਾ ਹੀ ਹੋਊਗਾ ਜਿਹੜਾ ਜੇਲ੍ਹ 'ਚ ਨਾ ਗਿਆ ਹੋਵੇ। ਜੀ, ਜੇ ਅਸੀਂ ਦੇਖੀਏ ਹੁਣ ਆਪਾਂ ਇੰਡੀਆ ਗੁਆਂਢੀ ਆ ਜੀ, ਉੱਥੇ ਇਹੋ ਜਿਹਾ ਚੱਕਰ ਨਹੀਂ ਹੁੰਦਾ ਜੀ। ਇੱਥੇ ਹੁਣ ਇਮਰਾਨ ਖਾਨ ਹੁਣੀ ਜਦੋਂ ਬਣੇ ਆ, ਉਦੋਂ ਤਾਂ ਬੜੀ ਬੱਲੇ 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 ਸੀ ਜੀ, ਤੇ ਉਹ ਹਲੇ ਪਾਵਰ 'ਚ ਹੀ ਸੀ, ਤੇ ਉਹ ਪਾਵਰ ਤੋਂ ਕੱਢ ਕੇ ਜੀ ਜੇਲ੍ਹ 'ਚ, ਜੀ, ਜੇਲ੍ਹ 'ਚ ਤੋਂ ਬਾਅਦ ਉਦੋਂ ਬਾਅਦ ਕੇਸ ਚੱਲਦਾ ਰਿਹਾ। ਹੁਣ ਕੇਸ ਵੀ ਕੀ ਆ, ਇਹ ਕੋਈ ਖਾਸ ਨਹੀਂ। ਇਹ ਕੇਸ ਹੈਗਾ ਜੀ ਜਿਹਦੇ ਜੇਲ੍ਹ ਹੋਈ ਆ ਜੀ, ਜਦੋਂ ਪ੍ਰਾਈਮ ਮਿਨਿਸਟਰ ਕਿਤੇ ਹੋਰ ਜਾਂਦਾ ਜੀ, ਕਿਸੇ ਹੋਰ ਕੰਟਰੀ ਚ ਲੈ ਗਿਆ ਜਾਂ ਕਿਸੇ ਨੇ ਹੋਰ ਸੱਦਿਆ ਜੀ, ਤੇ ਉਹਨੂੰ ਗਿਫਟ ਮਿਲਦੇ ਆ। ਜੀ। ਉਹ ਜਿਹੜੇ ਗਿਫਟ ਮਿਲਦੇ ਆ ਨਾ, ਜੇ ਉਹ 10,000 ਰੁਪਏ ਤੋਂ ਜ਼ਿਆਦਾ ਆ ਉਹਦੀ ਵੈਲਿਊ, 10,000 ਰੁਪਏ ਤੋਂ 10,000 ਰੁਪਏ ਤੋਂ ਪਾਕਿਸਤਾਨ ਦੇ 10,000, ਹਾਂਜੀ ਹਾਂਜੀ, ਜਿਹੜਾ ਇੰਡੀਆ ਦਾ 5,000 ਰੁਪਏ ਨਹੀਂ 3,3500 ਬਣਦਾ। ਇੱਥੇ ਗੱਲ ਆ ਗਈ ਅੱਜ। ਹਾਂ, ਓਕੇ। ਸੋ ਉਹ ਡਿਕਲੇਅਰ ਕਰਨਾ ਪੈਂਦਾ। ਅੱਛਾ ਜੀ। ਉਹਨੂੰ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਵੀ, ਤੇ ਜੇ ਉਹਦੀ ਵਾਈਫ ਨੂੰ ਮਿਲਿਆ ਤਾਂ ਉਹਨੂੰ ਵੀ। ਸੋ ਇਹ ਰੌਲਾ ਸਿਰਫ ਇਹ ਆ ਵੀ ਉਹਨਾਂ ਨੇ ਉਹ ਡਿਕਲੇਅਰ ਨਹੀਂ ਕਰੇ, ਜਾਂ ਕਹਿ ਲਓ ਕਿ ਕੋਈ ਨਾ ਕੋਈ ਚਲੋ ਕੇਸ ਕੱਢਿਆ। ਹਾਂ, ਹਾਂਜੀ ਹਾਂਜੀ, ਬਣਾ ਲਿਆ ਜੀ। ਹੁਣ ਜਿਹੜੇ ਇਹਨਾਂ ਨੇ ਕੀ ਕਰਿਆ, ਜਦੋਂ ਕੋਰਟ 'ਚ ਕੇਸ ਚੱਲਦਾ ਸੀ, ਹੁਣ ਗਾਂ ਇਲੈਕਸ਼ਨ ਵੀ ਹੋਣ ਵਾਲੀ ਆ ਜੀ, ਜਦੋਂ ਜੇਲ੍ਹ ਹੋ ਗਈ 3 ਸਾਲ ਦੀ ਹੋਈ ਆ, ਹੁਣ ਨਾ ਤਾਂ ਉਹ ਇਲੈਕਸ਼ਨ ਲੜ ਸਕਦੇ ਆ ਜੀ, ਸੋ ਨਾ ਹੀ ਉਹ ਅਪੀਲ ਕਰ ਸਕਦੇ ਆ ਜੀ। ਜੇ ਅਪੀਲ ਕਰਨਗੇ ਉਦੋਂ ਟਾਈਮ ਜ਼ਿਆਦਾ ਲੱਗੂਗਾ। ਜਾਂ ਤਾਂ ਇਮਰਾਨ ਖਾਨ ਨੂੰ ਇਹ ਸੀਗਾ ਵੀ ਮੈਨੂੰ ਤਾਂ ਕੁਝ ਹੋਣਾ ਨਹੀਂ। ਇੱਕ ਹੋਰ ਗੱਲ ਹੈ ਭਾਜੀ, ਹਾਂ, ਕਿ ਅਗਲੇ 5 ਸਾਲ ਤੱਕ ਚੋਣ ਵੀ ਨਹੀਂ ਲੜ ਸਕਦੇ। ਦੈਨ ਉੱਥੇ ਉਹੀ ਹੈ ਨਾ ਵੀ ਉਦੋਂ ਬਾਅਦ ਜਿਹੜੀ ਆ ਤਾਂ ਲੰਘ ਜਾਣੀ ਆ। 8 ਸਾਲ ਗਏ, ਉਹ 8 ਸਾਲ ਗਏ ਜੀ। ਦੂਜੇ ਪਾਸੇ ਜਿਹੜੀ ਉਹਨਾਂ ਦੀ ਮਿਸਿਸ ਆ, ਉਹਨਾਂ ਨੂੰ ਵੀ 8 ਕਿ 9 ਵਾਰੀ ਕੋਰਟ ਨੇ ਸੱਦਿਆ ਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਜੀ। ਇਮਰਾਨ ਖਾਨ ਨੇ ਕਿਹਾ ਵੀ ਉਹ ਤਾਂ ਘਰੇਲੂ ਔਰਤ ਹੈ, ਵੀ ਉਹਦਾ ਜਿਹੜਾ ਸਵਾਲ ਜਵਾਬ ਆ ਉਹ ਮੈਂ ਕਰ ਦੂੰਗਾ, ਪਰ ਉਹਦੇ 'ਚ ਵੀ ਉਹਨਾਂ ਨੇ ਉਹਦਾ ਕੋਈ ਡਿਕਲੇਅਰ ਨਹੀਂ ਕਰਿਆ ਵੀ ਉਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਜਾਂ ਕੀ ਹੈ। ਸੋ ਦੇਖੋ, ਨਿੱਕੀ ਜੀ ਚੀਜ਼ ਆ, ਕੋਈ ਐਡੀ
ਤੁਸੀਂ ਇਹ ਦੇਖੋ ਬਹੁਤ ਵੱਡੀ ਇਹ ਗੱਲ ਨਹੀਂ ਗੀ। ਇੱਕ ਪ੍ਰਧਾਨ ਮੰਤਰੀ ਦੇ ਉੱਪਰ ਕੀ ਦੋਸ਼ ਲੱਗੇ ਨੇ ਹਾਂ ਕਿ ਜਿਹੜੇ ਤੁਹਾਨੂੰ ਤੋਹਫੇ ਮਿਲੇ ਨੇ ਹਾਂ ਉਹਨਾਂ ਨੂੰ ਤੁਸੀਂ ਵੇਚ ਕੇ ਮੁਨਾਫਾ ਕਮਾਇਆ। ਹਾਂ ਬਿਲਕੁਲ, ਉਹ ਵੀ ਲੱਗਿਆ। ਤੁਸੀਂ ਇਹ ਦੇਖੋ ਉਹਦੇ ਵਿੱਚ 3 ਸਾਲ ਦਾ ਚਲੋ ਉਹ ਸਜ਼ਾ ਸੁਣਾਤੀ, 1 ਲੱਖ ਰੁਪਈਆ ਜਿਹੜਾ ਜੁਰਮਾਨਾ ਪਾਕਿਸਤਾਨੀ ਉਹ ਵੀ ਲਾਤਾ। Yeah. ਤੇ ਇਹ ਬੜੀ ਅਜੀਬ ਜੀ ਖਬਰ ਹੈ ਭਾਜੀ, ਬੜੀ ਅਜੀਬ ਜੀ ਆਪ ਬੀਤੀ ਗਈ ਉਹਨਾਂ ਤੇ ਮੈਨੂੰ ਲੱਗਦਾ ਹੈ ਕਿ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਣ ਲਈ, ਪਿੱਛੇ ਕਰਨ ਲਈ ਇਹ ਚੀਜ਼ ਹੋਈ ਹੈ ਜੀ। ਤੇ ਅਰੈਸਟ ਵੀ ਘਰੋਂ ਲੈ ਕਰਿਆ ਆ ਕੇ ਜੀ ਨਹੀਂ, ਉਸ ਤੋਂ ਬਾਅਦ ਜੋ ਅਦਾਲਤ 'ਚ ਸੀਗੀ ਤਾਂ ਉੱਥੋਂ ਹੀ ਲੈ ਗਏ ਸੀ ਉਸ ਤੋਂ ਬਾਅਦ। ਹਾਂਜੀ, ਸੋ ਇਸ ਖਬਰ ਦੇ ਨਾਲ ਮੈਨੂੰ ਲੱਗਦਾ ਹੈ ਪਾਕਿਸਤਾਨੀ ਭਾਈਚਾਰੇ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਬੇਟਸ ਹੋ ਰਹੀਆਂ ਨੇ। ਇੱਥੇ ਬੈਠੇ ਵੀ ਜਿਹੜੇ ਸਾਡੇ ਭਰਾ ਨੇ ਉਹ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਸ਼ੇਅਰ ਵੀ ਕਰ ਰਹੇ ਨੇ, ਔਰ ਲੋਕਾਂ ਦੇ ਨਾਲ ਇੱਕ ਬਹੁਤ ਸਾਰੀਆਂ ਜਿਹੜੀ ਡਿਸਕਸ਼ਨਾਂ ਵੀ ਚੱਲ ਮੈਨੂੰ ਲੱਗਦਾ ਨਾ ਸ਼ਵੀ ਜੀ, ਜੋ ਕੁਝ ਆਮ ਆਦਮੀ ਪਾਰਟੀ ਨਾਲ ਹੋ ਰਿਹਾ ਉਹੀ ਕੁਝ ਇੱਥੇ, ਪਰ ਉੱਥੇ ਐਕਸਟ੍ਰੀਮ ਹੋ ਰਿਹਾ ਭਾਈ, ਉੱਥੇ ਐਕਸਟ੍ਰੀਮ ਹੋ ਰਿਹਾ। ਹਾਂ, ਕਿਉਂਕਿ ਜਿਵੇਂ ਇੱਥੇ ਅਸੀਂ ਗੱਲਬਾਤ ਕਰਦੇ ਹਾਂ ਤੇ ਸਾਰੇ ਕਹਿੰਦੇ ਨੇ ਜੀ ਬਹੁਤ ਬੁਰਾ ਹਾਲ ਹੈ। ਇੱਥੇ ਕਈ ਡਿਬੇਟਸ ਹੁੰਦੀਆਂ ਨੇ, ਕਈ ਮੀਟਿੰਗਸ ਹੋ ਰਹੀਆਂ ਨੇ ਇਹਨਾਂ ਦੀਆਂ, ਪਰ ਉਹਦੇ ਵਿੱਚ ਉਹ ਡਿਸਕਸ਼ਨ ਤੋਂ ਇਲਾਵਾ ਕਰ ਵੀ ਕੀ ਸਕਦੇ। ਬਿਲਕੁਲ, ਜੋ ਇੱਥੇ ਆ ਗਏ ਨੇ ਉਹ ਸਪੋਰਟ ਵੀ ਜੇ ਕਰਨਾ ਚਾਹਣ, ਉਹਨਾਂ ਦੇ ਪਾਸਪੋਰਟਸ ਕੈਨੇਡੀਅਨ ਨੇ, ਔਰ ਪਾਕਿਸਤਾਨ ਦੇ ਵਿੱਚ ਤਾਂ ਡੂਅਲ ਸਿਟੀਜ਼ਨਸ਼ਿਪ ਦੀ ਵੀ ਉਹ ਹੈਗੀ ਹੈ ਜੀ ਪ੍ਰੋਵੀਜ਼ਨ। ਹਾਂ ਉੱਥੇ ਹੈਗੀ ਹੈ ਹਨਾ, ਆਪਣੇ ਇੰਡੀਆ ਹੈ ਨਹੀਂ ਜੀ, ਉਹ ਇੰਡੀਆ OCI ਦਾ ਮੇਰੇ ਖਿਆਲ 'ਚ ਹੈਗਾ। ਸੋ ਉਹ ਜਿਹੜੇ ਡੂਅਲ ਸਿਟੀਜ਼ਨ ਨੇ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਚਿੰਤਤ ਨੇ। ਸ਼ਾਇਦ ਹੀ ਕੋਈ ਮਿਲਿਆ ਹੋਵੇ ਜਿਨ੍ਹਾਂ ਨੇ ਕਿਹਾ ਹੋਵੇ ਕਿ ਨਹੀਂ ਜੀ ਜੋ ਹੋ ਰਿਹਾ ਵਧੀਆ ਹੋ ਰਿਹਾ ਜੀ ਇਮਰਾਨ ਖਾਨ। ਨਹੀਂ, ਕਿਸੇ ਨੇ ਵੀ ਨਹੀਂ ਕਿਹਾ, ਮੈਨੂੰ ਨਹੀਂ ਲੱਗਦਾ ਕੋਈ ਏਦਾਂ ਦਾ ਹੋਊਗਾ। ਔਰ ਇਹ ਖਬਰ ਬਿਕਾਜ਼ ਫਾਲੋਅਰ ਵੀ ਬਹੁਤ ਹੈ ਨਾ ਇਮਰਾਨ ਖਾਨ ਦੇ। ਐਂਡ ਇਹ ਜਿਹੜੀ ਖਬਰ ਹੈ ਨਾ ਸ਼ਵੀ ਜੀ, ਇਹ ਦੇਖੋ ਕੋਈ ਐਡੀ ਖਾਸ ਨਿਗਾਹ ਵੀ ਉਹਨਾਂ ਨੇ ਕੁਝ ਗਲਤ ਕਰਿਆ ਜੀ, ਕਈ ਵਾਰੀ ਅਨਇੰਟੈਂਸ਼ਨਲੀ ਵੀ ਹੋ ਜਾਂਦਾ। ਹਾਂ, ਜਿਹੜੀ ਗੱਲ ਆਹ ਹੈ ਵੀ ਉਹਨਾਂ ਨੇ ਜਿਹੜੇ ਉਹ ਤੋਹਫੇ ਆ ਵੇਚੇ ਆ, ਵੇਚ ਕੇ ਪੈਸੇ ਲਏ ਆ, ਉਹ ਮੇਰਾ ਖਿਆਲ ਕਿਸੇ ਹੱਦ ਤੱਕ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਸੱਚ ਹੈ ਜਾਂ ਗਲਤ ਹੈ, ਪਰ ਜੋ ਮੈਨੂੰ ਲੱਗਦਾ ਉਹ ਮੇਰਾ ਖਿਆਲ ਨਹੀਂ ਹੋ ਸਕਦਾ। ਇੱਕ ਜਿਹੜਾ ਦੇਸ਼ ਹੈ ਨਾ, ਉਹ ਜਿੰਨਾ ਮਰਜ਼ੀ ਮਾੜਾ ਹੋਵੇ, ਉੱਥੋਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਇੱਥੋਂ ਤੱਕ ਨਹੀਂ ਇੰਨਾ। ਸਹੀ ਗੱਲ ਹੈ। ਨਾਲੇ ਜੇ ਇਮਰਾਨ ਖਾਨ ਦਾ ਜਿਹੜਾ ਟਰੈਕ ਰੈਕਡ ਆਪਾਂ ਦੇਖਦੇ ਹਾਂ ਜਾਂ ਜੋ ਆਪਾਂ ਸੁਣਦੇ ਹਾਂ, ਉਹ ਮੇਰਾ ਖਿਆਲ ਬਹੁਤ ਵਧੀਆ। ਔਰ ਹੀ ਇਜ਼ ਕਹਿੰਦੇ ਨਾ, ਹੀ ਵਾਸ ਅ ਟਰੂ ਲੀਡਰ ਐਂਡ ਹੀ ਇਜ਼ ਇੰਡੀਡ ਅ ਟਰੂ ਲੀਡਰ। ਔਰ ਇੰਡੀਆ ਦੇ ਵਿੱਚ ਵੀ ਕਾਫੀ ਫੈਨ ਫੋਲੋਇੰਗ ਰਹੀ ਜੀ ਉਹਨਾਂ ਦੀ, ਭਾਵੇਂ ਉਹ ਹਮੇਸ਼ਾ ਆਪੋਜੀਸ਼ਨ ਤੋਂ ਖੇਡਦੇ ਸੀਗੇ, ਪਰ ਉਹਨਾਂ ਨੂੰ ਐਜ਼ ਅ ਆਲ ਰਾਊਂਡਰ ਹਮੇਸ਼ਾ ਵੈਲਕਮ ਕੀਤਾ ਗਿਆ। ਸਿੱਧੂ ਸਾਹਿਬ ਦੇ ਟਾਈਮ ਦੇ ਨੇ ਐਜ਼ ਅ ਕ੍ਰਿਕਟ ਐਕਸਪਰਟ ਉਹਨਾਂ ਨੂੰ ਬਹੁਤ ਪਿਆਰ ਹੁਣ ਵੀ ਦਿੱਤਾ ਜਾਂਦਾ ਹੈ। ਸੋ ਅਸੀਂ ਕਹਾਂਗੇ ਐਜ਼ ਅ ਫੈਨ ਵੀ ਅਸੀਂ ਸਾਰੇ ਥੋੜੇ ਜਿਹੇ ਇਸ ਗੱਲ ਨੂੰ ਲੈ ਕੇ ਥੋੜਾ ਸਾਨੂੰ ਅਜੀਬ ਜਿਹਾ ਲੱਗਦਾ, ਬਟ ਇਹ ਖਬਰ ਜਿਹੜੀ ਹੈ ਜਦੋਂ ਮਿਲਦੇ ਆ ਤਾਂ ਜੱਫੀ ਪਾ ਕੇ ਮਿਲਦੇ ਆ, ਪਰ ਖੇਡਦੇ ਆਪੋਜ਼ਿਟ। ਵਾਕਈ ਜੀ, ਹਮੇਸ਼ਾ ਇੱਕ ਡਿਬੇਟ ਹੁੰਦੀ ਹੈ ਜੀ, ਕਪਿਲ ਦੇਵ ਔਰ ਇਮਰਾਨ ਖਾਨ, ਹੂ ਇਜ਼ ਦ ਬੈਸਟ ਆਲ ਰਾਊਂਡਰ। ਤੇ ਵਾਕਈ ਇਹ ਦੋਨੇ ਹੀ ਬਹੁਤ ਬਾ ਕਮਾਲ ਨੇ, ਤੇ ਉਸ ਦੇ ਵਿੱਚ ਜਿਹੜੇ ਫੈਨ ਨੇ ਦੋਨੇ ਪਾਸੇ, ਦੋਨਾਂ ਦੇ ਹੀ ਬਹੁਤ ਜ਼ਿਆਦਾ ਨੇ। ਸੋ ਇਹ ਖੈਰ ਕ੍ਰਿਕਟ ਤੋਂ ਲੈ ਕੇ ਜੋ ਸਿਆਸਤ ਦੇ ਵਿੱਚ ਉਹਨਾਂ ਨੇ ਆਏ ਉਹ ਸਿਆਸਤ ਦੇ ਵਿੱਚ, ਤੇ ਇਸ ਤੋਂ ਬਾਅਦ ਬਹੁਤ ਅਪਸ ਐਂਡ ਡਾਊਨ ਉਹਨਾਂ ਨਾਲ ਰਹੇ। ਐਂਡ ਆਫ ਕੋਰਸ ਹੁਣ ਤਾਂ ਬਿਲਕੁਲ ਡਾਊਨ ਹੀ ਜਾਈ ਜਾਂਦੇ ਨੇ ਜੀ, ਉਹ ਯਾਰ ਲੈ ਕੇ ਜਾਇਆ ਗਿਆ। ਦੇਖੋ ਹੁਣ ਜਿਹੜੀ 3 ਸਾਲ ਦੀ ਸਜ਼ਾ ਹੋ ਗਈ ਨਾ, 3 ਸਾਲ ਦੀ ਸਜ਼ਾ ਦੇ ਨਾਲ ਵੀ ਕੀ ਜਿਹੜਾ ਫਿਊਚਰ ਆ ਉਹ ਕਿੱਧਰ ਨੂੰ ਜਾਂਦਾ, ਉਹ ਵੱਧ ਵੀ ਸਕਦਾ ਜੀ। ਉਹਦੇ ਜਿਹੜੇ ਫੈਨ ਹੈਗੇ ਆ ਨਾ ਤੁਹਾਡੇ ਸਪੋਰਟਰ, ਉਹ ਵੱਧ ਵੀ ਸਕਦੇ ਆ, ਬਿਕਾਜ਼ ਜਦੋਂ ਤੁਸੀਂ ਜੇਲ੍ਹ 'ਚ ਆ ਉਹਦੇ ਨਾਲ ਤੁਹਾਨੂੰ ਨਾ ਉਹ ਵੀ ਮਿਲ ਜਾਂਦੀ, ਸਿੰਪਥੀ ਵੀ ਮਿਲ ਜਾਂਦੀ ਹੈ ਜੀ, ਤੇ ਉਹ ਘਟ ਵੀ ਸਕਦੀ ਹੈ। ਫੈਨ ਫਾਲੋਅਰ ਘਟ ਵੀ ਸਕਦੇ ਆ, ਵੱਧ ਵੀ ਸਕਦੇ। ਉਹ ਐਕਚੁਅਲੀ ਇਹ ਜਿਹੜੀ ਸਜ਼ਾ ਵੀ ਸੁਣਾਈ ਗਈ ਹੈ ਉਸ ਦੇ ਨਾਲ ਜਿਹੜਾ 5 ਸਾਲ ਦਾ ਵੀ ਬੈਨ ਲਾਇਆ ਗਿਆ, ਉਹ ਤਾਂ ਕੀਤਾ ਗਿਆ ਨਾ ਭਾਜੀ ਕਿ ਜੇ ਫੈਨ ਫਾਲੋਇੰਗ ਵੱਧ ਵੀ ਗਈ ਹੋਵੇ ਤੇ ਅਗਲਾ ਇਲੈਕਸ਼ਨ ਤਾਂ ਲੜ ਹੀ ਨਹੀਂ ਸਕਦੇ ਉਹ ਅਗਲੇ ਕਿੰਨੇ ਸਾਲਾਂ ਤੱਕ। ਨਹੀਂ, ਉਹਦੇ 'ਚ ਮੇਰਾ ਖਿਆਲ ਅਪੀਲ ਕਰਨਗੇ, ਜਿਵੇਂ ਹੁਣ ਰਾਹੁਲ ਗਾਂਧੀ, ਉਹਨਾਂ ਨੂੰ ਵੀ 2 ਸਾਲ ਦੀ ਸਜ਼ਾ ਹੋਈ ਸੀ ਨਾ, ਉਹ 2 ਸਾਲ ਦੀ ਸਜ਼ਾ ਹੋਈ, ਉਹ ਹਾਈ ਕੋਰਟ 'ਚ ਗਏ ਤਾਂ ਉਹਨਾਂ ਨੇ ਨਹੀਂ ਜੀ ਉਹਨਾਂ ਨੂੰ ਰਾਹਤ ਦਿੱਤੀ, ਪਰ ਸੁਪਰੀਮ ਕੋਰਟ 'ਚ ਗਏ ਉਹਨਾਂ ਨੇ ਉਹਦੇ ਤੇ ਹੋਲਡ ਪਾਤਾ। ਹੁਣ ਇਹਦਾ ਵੀ ਹਲੇ ਕੀ ਪਤਾ ਵੀ ਕੀ ਹੋਣਾ, ਬਟ ਫਿਲਹਾਲ ਲਈ ਤੇ ਉਹ ਥੋੜੇ ਜਿਹੇ ਫਸ ਗਏ ਨੇ, ਪੂਰੇ ਫਸੇ ਨੇ। ਸੋ ਦੇਖਦੇ ਹਾਂ ਜੀ ਇਸ ਦੇ ਵਿੱਚ ਕੀ ਅਪਡੇਟ ਆ। ਗਾਂਧੀ ਸਾਹਿਬ ਵੀ ਖੁਸ਼ ਆ, ਹੁਣ ਗਾਂਧੀ ਸਾਹਿਬ ਵੀ ਹੁਣ ਖੁਸ਼ ਨੇ, ਕਹਿੰਦੇ ਹੁਣ ਦੁਬਾਰਾ ਮੇਰਾ ਖਿਆਲ ਘਰ ਮਿਲ ਜਾਣਾ ਉਹਨਾਂ ਨੂੰ। ਪਹਿਲਾਂ ਤਾਂ ਹੋਮਲੈਸ ਹੋਏ ਪਿਆ, ਯਾਤਰਾ ਤੇ ਜਾਓ ਸੀਗੇ।
ਨਹੀਂ ਨਹੀਂ, ਜਦੋਂ 2 ਸਾਲ ਦੀ ਸਜ਼ਾ ਹੋਈ ਹਾਂਜੀ, ਹਾਂਜੀ। ਉਹਨਾਂ ਦੀ ਉਹ ਕੈਨਸਲ ਹੋ ਗਈ ਨਾ ਜੀ ਮੈਂਬਰਸ਼ਿਪ, ਮੈਂਬਰਸ਼ਿਪ ਦੇ ਨਾਲ। ਹਾਂਜੀ ਤੇ ਮੈਂਬਰਸ਼ਿਪ ਕੈਨਸਲ ਹੋ ਗਈ ਤਾਂ ਫਿਰ ਗਵਰਨਮੈਂਟ ਦਾ ਘਰ ਵੀ ਗਿਆ। ਘਰ ਵੀ ਗਿਆ। ਹਾਂ 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 ਤੇ ਜਦੋਂ ਘਰ ਗਿਆ ਤੇ ਫਿਰ ਉਹ ਹੋਮਲੈਸ ਹੋ ਗਈ। ਜੀ ਸ਼ਾਇਦ ਮਾਂ ਨੇ ਕਮਰਾ ਦੇਤਾ ਹੋਵੇ। ਬਿਲਕੁਲ। ਪਰ ਹੁਣ ਦੁਬਾਰਾ ਮੇਰਾ ਖਿਆਲ ਵਾਪਸੀ ਹੋ ਘਰ ਗਈ, ਵਾਪਸੀ ਹੋ ਘਰ ਵਾਪਸੀ ਹੋ ਬੈਕ ਟੂ ਪਵੇਲੀਅਨ। ਬੈਕ ਟੂ, ਹਾਂ ਜੀ ਬਿਲਕੁਲ। ਮੈਨੂੰ ਲੱਗਦਾ ਹੈ ਇਸ ਖਬਰ ਦੇ ਨਾਲ ਹੀ ਭਾਜੀ ਅੱਜ ਦੇ ਲਈ ਮੈਨੂੰ ਲੱਗਦਾ ਸਾਨੂੰ ਵੀ ਬੈਕ ਟੂ ਪਵੇਲੀਅਨ ਹੋਣਾ ਪੈਣਾ। ਅੱਛਾ, ਤੇ ਕੱਲ ਫਿਰ ਹਾਂਜੀ ਜ਼ਰੂਰ ਮੰਗਲਵਾਰ ਅਸੀਂ ਹੋਰ ਪੰਜਾਬ ਦੀਆਂ ਖਬਰਾਂ ਤੇ ਹੋਰ ਪਾਕਿਸਤਾਨ ਤੋਂ ਅੱਜ ਵਾਪਸ ਚੱਲਦੇ ਹਾਂ। ਤੇ ਹਮੇਸ਼ਾ ਹੀ ਪਾਕਿਸਤਾਨੀਆਂ ਦਾ ਅਸੀਂ ਮਸ਼ਹੂਰ ਨੇ ਜੀ, ਖਾਤਰਦਾਰੀ ਬਹੁਤ ਕਰਦੇ ਨੇ, ਖਵਾਉਂਦੇ ਪਿਆਉਂਦੇ ਬਹੁਤ ਨੇ। ਸੋ ਅੱਜ ਵੀ ਸਾਡੀ ਕਹਿ ਲਓ ਇੱਥੇ ਚੰਗੀ ਖਾਤਰਦਾਰੀ ਹੋ ਗਈ ਹੈ। ਅਸੀਂ ਹੁਣ ਪਹੁੰਚਦੇ ਹਾਂ ਵਾਪਸ ਕੈਲਗਰੀ, ਔਰ ਉਸ ਤੋਂ ਬਾਅਦ ਕੱਲ ਨੂੰ ਫਿਰ ਪਰਤ ਕੇ ਆਉਂਦੇ ਹਾਂ ਭਾਜੀ ਖਬਰਾਂ ਦੇ ਨਾਲ। ਧੰਨਵਾਦ ਜੀ, ਧੰਨਵਾਦ ਸ਼ਵੀ ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਕੋਈ ਵੀ ਇਸ ਪ੍ਰੋਗਰਾਮ ਨੂੰ ਲੈ ਕੇ, ਚੈਨਲ ਨੂੰ ਲੈ ਕੇ, ਇਸ਼ਤਿਹਾਰਾਂ ਨੂੰ ਲੈ ਕੇ ਕੋਈ ਤੁਹਾਨੂੰ ਕੰਸਰਨ ਹੈ, ਜਾਂ ਫਿਰ ਤੁਸੀਂ ਇਨਕੁਆਇਰੀ ਪਾਣੀ ਹੈ, ਜਾਂ ਤੁਸੀਂ ਕੋਈ ਵੀ ਗੱਲਬਾਤ ਸਾਡੇ ਨਾਲ ਕਰਨੀ ਹੈ, ਤੁਸੀਂ ਕਮੈਂਟ ਰਾਹੀਂ ਜਾਂ ਫਿਰ ਸਾਨੂੰ WhatsApp ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਾਡਾ ਇੱਕ ਡਾਇਰੈਕਟ ਲਿੰਕ ਵੀ ਹੈ ਜੀ, ਲਾਈਵ ਲਿੰਕ, ਜਿਸ ਦੇ ਵਿੱਚ ਤੁਸੀਂ 24 ਆਵਰਸ ਅ ਡੇ ਫਰੋਮ ਐਨੀਵੇਅਰ ਇਨ ਦਾ ਵਰਲਡ ਤੁਸੀਂ ਉਹ ਸਾਡੇ ਜਿਹੜੇ ਪ੍ਰੋਗਰਾਮਸ ਹੈ ਲਾਈਵ TV ਦੇ ਰਾਹੀਂ ਦੇਖ ਵੀ ਸਕਦੇ ਹੋ। ਜੇ ਤੁਹਾਨੂੰ ਉਹ ਤੁਹਾਡੇ ਕੋਲ ਲਿੰਕ ਹੈ ਬਹੁਤ ਅੱਛੀ ਗੱਲ ਹੈ, ਜੇ ਨਹੀਂ ਹੈ ਸਾਨੂੰ ਤੁਸੀਂ ਫੋਨ ਕਰੋ ਤੇ ਅਸੀਂ ਡਾਇਰੈਕਟਲੀ ਤੁਹਾਨੂੰ ਬਿਲਕੁਲ ਤੁਹਾਨੂੰ ਜਿਹੜਾ ਲਿੰਕ ਹੈ ਭੇਜ ਦੇਵਾਂਗੇ, ਜਾਂ ਫਿਰ ਤੁਹਾਨੂੰ ਬਾਰ ਕੋਡ ਦੇ ਰਾਹੀਂ ਤੁਸੀਂ ਇਹਨੂੰ ਸਕੈਨ ਕਰਕੇ ਦੇਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਨੂੰ ਸਵੇਰੇ ਹੋਏਗੀ 8 ਵਜੇ ਫਿਰ ਮੁਲਾਕਾਤ। ਆਪਣਾ ਧਿਆਨ ਰੱਖੋ ਜੀ, ਸਵਸਥ ਰਹੋ, ਮਸਤ ਰਹੋ, ਔਰ ਦੇਖਦੇ ਰਹੋ BTV। ਬੀ ਪੋਜ਼ਿਟਿਵ, ਬੀ yourself।